तारन गुरु नानक आया, कल तारन गुरु नानक आया। सुनी पुकार दातार प्रभ, सुनी पुकार दातार प्रभ। गुरु नानक जग माग पठाया, गुरु नानक जग माग पठाया। चरण धोए रास कार, चरण धोए रास कार। चरणामृत का पिलाया, पार ब्रह्म पूर्ण ब्रह्म। कल युग अंदर एक दिखाया, कल तारन गुरु नानक आया। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਪ੍ਰੋਗਰਾਮ 550 ਸਾਲ ਗੁਰੂ ਦੇ ਨਾਲ ਲੈ ਕੇ ਮੈਂ ਹਾਜ਼ਰ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੀ। ਉਹਨਾਂ ਨੇ ਸਾਨੂੰ ਕੀ ਸਿਖਾਇਆ ਤੇ ਅਸੀਂ ਅੱਜ ਕਿੱਥੇ ਖੜੇ ਹਾਂ। ਸੋ ਮੇਰੇ ਨਾਲ ਨੇ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਅਣਖੀ, ਜਿਹੜੇ ਕਿ ਬੜੇ ਸੂਝਵਾਨ ਨੇ। ਸੋ ਉਹਨਾਂ ਨਾਲ ਅੱਜ ਦੀ ਸਮੁੱਚੀ ਗੱਲਬਾਤ ਜਿਹੜੀ ਹੈ ਸਾਡੀ ਗੁਰੂ ਨਾਨਕ ਸਾਹਿਬ ਦੇ ਉੱਤੇ ਰਹੇਗੀ। ਸੋ ਆਓ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹਾਂ। ਅਣਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਣਖੀ ਸਾਹਿਬ, ਤੁਹਾਡਾ ਸਵਾਗਤ ਹੈ ਪ੍ਰੋਗਰਾਮ 550 ਸਾਲ ਗੁਰੂ ਦੇ ਨਾਲ ਦੇ ਵਿੱਚ। ਧੰਨਵਾਦ ਜੀ। ਤੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਗੁਰੂ ਨਾਨਕ ਸਾਹਿਬ ਜੀ ਦਾ ਦਿਹਾੜਾ ਮਨਾਉਣ ਦੀਆਂ ਗੱਲਾਂ ਚੱਲਦੀਆਂ ਨੇ, ਤੁਸੀਂ ਕੀ ਸੋਚਦੇ ਹੋ, ਕਿਵੇਂ ਮਨਾਇਆ ਜਾਣਾ ਚਾਹੀਦਾ ਹੈ ਤਾਂ ਜੋ ਇਹ ਸਾਡੇ ਵਾਸਤੇ ਇੱਕ ਯਾਦਗਾਰੀ ਪਲ ਦੇ ਤੌਰ ਦੇ ਉੱਤੇ ਰਹੇ, ਕਿ ਜ਼ਿੰਦਗੀ ਭਰ ਇਸ ਨੂੰ ਅਸੀਂ ਯਾਦ ਕਰਦੇ ਰਹੀਏ ਕਿ 550 ਸਾਲਾਂ ਅਸੀਂ ਜਿੰਨੇ ਵੀ ਸਾਡੇ ਸਾਹ ਆ ਰਹਿੰਦੇ ਆ, ਉਹਨੇ ਸਾਹ ਜਦੋਂ ਸਾਡੇ ਪੂਰੇ ਹੋਣੇ ਤੇ ਇਹ ਸਾਡੇ ਲਈ ਇੱਕ ਯਾਦਗਾਰੀ ਘੜੀ ਬਣ ਜਾਵੇ। ਗਿੱਲ ਸਾਹਿਬ, ਅਸੀਂ ਸਾਰੇ ਹੀ ਇਸ ਗੱਲੋਂ ਬੜੇ ਖੁਸ਼ਕਿਸਮਤ ਹਾਂ ਜੀ ਕਿ ਆਪਣੇ ਜੀਵਨ ਦੇ ਵਿੱਚ ਜੀ ਪਹਿਲਾਂ ਗੁਰੂ ਸਾਹਿਬ ਦਾ 500 ਸਾਲਾ ਮਨਾਇਆ ਸੀ ਜੀ 1969 ਦੇ ਵਿੱਚ, ਜੀ ਜੀ ਤੇ ਅੱਜ ਅਸੀਂ ਗੁਰੂ ਸਾਹਿਬ ਦਾ ਜਗਤ ਗੁਰੂ ਬਾਬਾ ਨਾਨਕ ਜੀ ਦਾ ਜੀ ਜੀ 550ਵਾਂ ਜਿਹੜਾ ਪ੍ਰਕਾਸ਼ ਉਤਸਵ ਬੜੇ ਉਤਸ਼ਾਹ ਨਾਲ, ਬੜੀ ਸ਼ਰਧਾ ਨਾਲ ਮਨਾ ਰਹੇ ਹਾਂ। ਜੀ ਜੀ ਗੁਰੂ ਨਾਨਕ ਦੇਵ ਜੀ ਦਾ ਜਦੋਂ 500 ਸਾਲਾ ਦਿਨ ਮਨਾਇਆ ਸੀ ਤੇ ਉਦੋਂ ਇਹ ਨਹੀਂ ਸੀ ਪਤਾ ਵੀ 550 ਸਾਲਾ ਵੀ ਮਨਾਇਆ ਜਾਊਗਾ। ਜੀ ਜੀ ਤੇ ਉਦੋਂ ਮਨ 'ਚ ਇੱਕ ਹਿਰਸ ਜੀ ਪੈਦਾ ਹੋਈ ਸੀ, ਘਾਟ ਜੀ, ਕਿ ਅਸੀਂ 600 ਸਾਲਾ ਵੇਖਾਂਗੇ। ਪਰ ਬੜੀ ਚੰਗੀ ਕਿਸਮਤ ਦੀ ਗੱਲ ਆ ਕਿ ਅਸੀਂ 550 ਸਾਲਾ ਜਿਹੜਾ ਵਾ ਫਿਰ ਉਸੇ ਹੀ ਉਤਸ਼ਾਹ ਨਾਲ ਤੇ ਉਸੇ ਜੋਸ਼ ਨਾਲ ਤੇ ਉਸੇ ਹੀ ਭਾਵਨਾ ਨਾਲ ਜਿਹੜਾ ਵਾ ਉਹ ਮਨਾ ਰਹੇ ਹਾਂ। ਤੇ ਗੁਰੂ ਸਾਹਿਬ ਜਾਂ ਜੋ ਵੀ ਆਪਾਂ ਦਿਨ ਮਨਾਉਂਦੇ ਆ, ਇਹਦੇ ਪਿੱਛੇ ਮੁੱਖ ਮਕਸਦ ਹੁੰਦਾ ਵਾ ਵੀ ਜਿਸ ਮਹਾਂਪੁਰਖ ਦਾ ਅਸੀਂ ਇਹ ਜਨਮ ਦਿਨ ਮਨਾ ਰਹੇ ਹਾਂ, ਉਹ ਅਸੀਂ ਉਹਦੀ ਦਿੱਤੇ ਹੋਏ ਸਿਧਾਂਤਾਂ ਨੂੰ, ਦਿੱਤੀ ਹੋਈ ਫਿਲਾਸਫੀ ਨੂੰ, ਦਿੱਤੇ ਹੋਏ ਗੁਣਾਂ ਨੂੰ ਯਾਦ ਕਰੀਏ ਤੇ ਯਾਦ ਕਰਕੇ ਆਪਣੇ ਜੀਵਨ ਵਿੱਚ ਅਮਲੀ ਤੌਰ ਤੇ ਉਹਨਾਂ ਨੂੰ ਲਾਗੂ ਕੀਤਾ ਜਾਵੇ। ਗੁਰੂ ਨਾਨਕ ਦੇਵ ਜੀ ਬਾਰੇ ਭਾਈ ਗੁਰਦਾਸ ਨੇ ਲਿਖਿਆ ਵਾ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਸਾਹਿਬ ਨੇ ਆਪਣੇ ਜੀਵਨ ਵਿੱਚ ਇੰਨੀਆਂ ਮਹਾਨ ਗੱਲਾਂ ਕਰ ਦਿੱਤੀਆਂ, ਇੰਨੀਆਂ ਉੱਚ ਉਹਨਾਂ ਸਾਡੇ ਵਾਸਤੇ ਪੂਰਨੇ ਪਾ ਦਿੱਤੇ, ਮਨੁੱਖਤਾ ਨੂੰ ਇੰਨਾ ਵਧੀਆ ਉਹਨਾਂ ਨੇ ਸੱਚ ਦਾ, ਧਰਮ ਦਾ ਤੇ ਅਧਿਆਤਮਕਵਾਦ ਦਾ ਰਾਹ ਦਿਖਾ ਦਿੱਤਾ ਕਿ ਜੇ ਸੰਸਾਰ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਤੇ ਚੱਲੇ, ਉਹਨਾਂ ਦੇ ਦੱਸੀ ਹੋਈ ਸਿੱਖਿਆ ਤੇ ਚੱਲੇ, ਤੇ ਅੱਜ ਸੰਸਾਰ ਤੇ ਦੁੱਖ ਰਵੇ ਕੋਈ ਨਾ। ਅੱਜ ਜੋ ਸਾਡੇ ਇਹ ਕੌਮਾਂ ਵਿੱਚ, ਸੂਬਿਆਂ ਵਿੱਚ, ਦੇਸ਼ਾਂ ਵਿੱਚ ਜੋ ਇਹ ਬਹੁਤ ਇੱਕ ਕਿਸਮ ਦਾ ਹਿੰਸਕ ਜਿਹਾ ਮਾਹੌਲ ਪੈਦਾ ਹੋਇਆ ਵਾ, ਅੱਤਵਾਦ, ਉਗਰਵਾਦ, ਲੜਾਈਆਂ ਝਗੜੇ, ਜੇ ਗੁਰੂ ਨਾਨਕ ਦੇਵ ਦੀ ਫਿਲਾਸਫੀ ਦੁਨੀਆ ਪ੍ਰਵਾਨ ਕਰ ਲੈਂਦੀ, ਸ਼ਬਦੀ ਤੌਰ ਤੇ ਤਾਂ ਸਾਰੇ ਕਰਦੇ ਆ, ਅਮਲੀ ਤੌਰ ਤੇ ਪ੍ਰਵਾਨ ਕਰਦੇ, ਤਾਂ ਕਦੀ ਵੀ ਕਿਸੇ ਨੇ ਕਿਸੇ ਬਾਰੇ ਮਾੜਾ ਸੋਚਣਾ ਨਹੀਂ ਸੀ। ਗੁਰੂ ਨਾਨਕ ਦੇਵ ਜੀ ਸਿਰਫ ਸਿੱਖਾਂ ਦੇ ਗੁਰੂ ਨਹੀਂ ਸੀ, ਸਮੁੱਚੀ ਮਾਨਵਤਾ ਦੇ ਗੁਰੂ ਸੀ ਉਹ। ਜਦੋਂ ਗੁਰੂ ਨਾਨਕ ਦੇਵ ਜੀ ਪੂਰੇ ਕਰਤਾਰਪੁਰ ਸਾਹਿਬ ਹੋਏ ਤਾਂ ਉਸ ਵੇਲੇ ਹਿੰਦੂ ਤੇ ਸਿੱਖ ਕਹਿਣ ਵੀ ਸਾਡੇ ਗੁਰੂ ਆ, ਤੇ ਮੁਸਲਿਮ ਭਾਈ ਸਾਡੇ ਕਹਿੰਦੇ ਸੀ ਵੀ ਇਹ ਸਾਡਾ ਪੀਰ ਆ। ਅੱਜ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਵੀ ਗੁਰੂ ਨਾਨਕ ਦੇਵ ਜੀ ਚੀਨ, ਰੂਸ, ਲੰਕਾ, ਇਹਨਾਂ ਦੇਸ਼ਾਂ 'ਚ ਗਏ ਤੇ ਅੱਜ ਵੀ
ਜਿਹੜੀ ਬਗਦਾਦ ਵਰਗੇ ਸ਼ਹਿਰ ਆ ਉੱਥੇ ਗੁਰੂ ਨਾਨਕ ਦੇਵ ਜੀ ਦੀਆਂ ਨਿਸ਼ਾਨੀਆਂ, ਉੱਥੇ ਉਹਨਾਂ ਦੀ ਯਾਦ ਜਿਹੜੀ ਆ, ਉੱਥੇ ਉਹਨਾਂ ਦਾ ਸਥਾਨ ਜਿਹੜਾ ਵਾ ਬੜੀ ਸ਼ਰਧਾ ਭਾਵਨਾ ਨਾਲ ਉਸਾਰਿਆ ਗਿਆ ਵਾ। ਤੇ ਇਸੇ ਤਰ੍ਹਾਂ ਚੀਨੀ ਲੋਕ ਕਹਿੰਦੇ ਆ ਨਾਨਕ ਲਾਮਾ। ਜੀ ਜੀ ਜੀ। ਵੀ ਚੀਨੀ ਲੋਕ ਵੀ, ਤਿੱਬਤੀ ਲੋਕ ਵੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਕਹਿੰਦੇ ਆ। ਤੇ ਮੇਰਾ ਖਿਆਲ ਸੰਸਾਰ ਤੇ ਕੋਈ ਇਹੋ ਜਿਹੀ ਸ਼ਖਸੀਅਤ ਨਹੀਂ ਜਿਹਨੂੰ ਬਾਕੀ ਧਰਮਾਂ ਦੇ ਲੋਕ ਵੀ ਉਨੀ ਹੀ ਸ਼ਿੱਦਤ ਨਾਲ ਪੂਜਣ ਜਿੰਨੇ ਉਹਦੇ ਆਪਣੇ ਧਰਮ ਦੇ ਲੋਕ ਜਿਹੜੇ ਆ ਪੂਜਦੇ ਆ। ਕਾਰਨ ਉਹਨਾਂ ਨੇ ਆਪਣੀ ਜੀਵਨ, ਆਪਣਾ ਸਿੱਖਿਆ, ਆਪਣਾ ਸਿਧਾਂਤ ਜਿਹੜਾ ਸੀ ਉਹਨਾਂ ਨੇ ਕਿਸੇ ਇੱਕ ਖਿੱਤੇ 'ਚ, ਇੱਕ ਜਾਤ, ਇੱਕ ਧਰਮ, ਇੱਕ ਦੇਸ਼ ਤੱਕ ਸੀਮਤ ਨਹੀਂ ਰੱਖਿਆ। ਉਹ ਤੇ ਬ੍ਰਹਮੰਡ ਦੇ ਗੁਰੂ ਸੀ। ਆਪ ਨਰਾਇਣ ਕਲਾਧਾਰ ਜਗ ਮੈਂ ਪਰਵਰਿਓ। ਉਹਦੇ ਅਕਾਲ ਪੁਰਖ ਦਾ ਰੂਪ ਸੀ ਜਿਹੜਾ ਮਨੁੱਖੀ ਜਾਮੇ ਵਿੱਚ ਸੰਸਾਰ ਤੇ ਆਇਆ। ਤੇ ਜਿਹੜਾ ਅਕਾਲ ਪੁਰਖ ਆ ਉਹਨੇ ਤੇ ਸਾਰੀ ਕਾਇਨਾਤ ਆਪ ਪੈਦਾ ਕੀਤੀ ਆ। ਜੋ ਮਨੁੱਖ, ਜੋ ਜੀਵ, ਜੋ ਜੰਤੂ, ਜੋ ਪੌਦੇ, ਜੋ ਪ੍ਰਾਣੀ, ਉਸ ਅਕਾਲ ਪੁਰਖ 'ਚ ਸਾਰਿਆਂ 'ਚ ਇੱਕੋ ਅਕਾਲ ਪੁਰਖ ਦੀ ਜੋਤ ਆ। ਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਵੀ ਅਕਾਲ ਪੁਰਖ ਦਾ ਰੂਪ ਸੀ ਜਿਹੜਾ ਕਿ ਮਨੁੱਖੀ ਜਾਮੇ 'ਚ ਆਣ ਕੇ ਉਸ ਕਾਦਰਤ ਦੀ, ਕੁਦਰਤ ਦਾ ਜਿਹੜਾ ਸੀ ਪ੍ਰਚਾਰ ਕੀਤਾ, ਮਨੁੱਖੀ ਭਾਈਚਾਰੇ ਦਾ ਪ੍ਰਚਾਰ ਕੀਤਾ। ਵਾਰਾਂ ਦੇ ਵਿੱਚ ਵੀ ਜ਼ਿਕਰ ਜਿਹੜਾ ਹੈ ਉਹ ਆਉਂਦਾ ਹੈ ਕਿ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਹਾਂ, ਬਿਲਕੁਲ ਠੀਕ ਤੁਹਾਡੀ ਗੱਲ। ਉਹ ਤੇ ਅਕਾਲ ਦਾ ਰੂਪ ਸੀ। ਹਾਂਜੀ, ਇਸ ਕਰਕੇ ਉਹਨਾਂ ਨੇ ਸਮੁੱਚੀ ਮਨੁੱਖਤਾ ਦੇ ਦੁੱਖ ਦਰਦ ਦੂਰ ਕਰਨ ਵਾਸਤੇ, ਸਮੁੱਚੀ ਮਾਨਵਤਾ ਨੂੰ ਵਹਿਮਾਂ ਭਰਮਾਂ 'ਚੋਂ ਕੱਢਣ ਵਾਸਤੇ ਉਹਨਾਂ ਨੇ ਆਪਣਾ ਗਿਆਨ ਜਿਹੜਾ ਸੀ ਫੈਲਾਇਆ। ਫਿਰ ਵੇਖੋ ਉਸ ਸਮੇਂ ਦੇ ਵਿੱਚ ਹੋਰ ਵੀ ਬੜੇ ਉੱਚ ਪੀਰ ਹੈਗੇ ਸੀ, ਵਲੀ ਸੀ। ਹਾਂਜੀ, ਗੁਰੂ ਨਾਨਕ ਦੇਵ ਜੀ ਨੇ ਆਪਣਾ ਗਿਆਨ ਆਪਣੇ ਤੱਕ ਨਹੀਂ ਸੀਮਤ ਰੱਖਿਆ। ਆਪਣੀ ਉਸ ਫਿਲਾਸਫੀ ਨੂੰ, ਉਸ ਆਪਣੇ ਵਿਚਾਰਾਂ ਨੂੰ ਲੋਕਾਂ ਤੱਕ ਪ੍ਰਚਾਰਨ ਵਾਸਤੇ ਦੂਜਿਆਂ ਨੂੰ ਨਾਲ ਲਾਇਆ। ਅੰਕਿਤ ਸਾਹਿਬ, ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਕਿ ਅੱਜ ਅਜਿਹਾ ਦੌਰ ਚੱਲ ਰਿਹਾ ਹੈ ਕਿ ਬੜੀ ਮਾਰ ਧਾੜ ਜਿਹੜੀ ਆ, ਪਰ ਗੁਰੂ ਸਾਹਿਬ ਨੇ ਸਿਧਾਂਤਕ ਤੌਰ ਤੇ ਗੱਲ ਸਮਝਾਈ ਆ, ਬੈਠ ਕੇ ਜਿਹੜਾ ਮਸਲਾ ਆ ਉਹ ਹੱਲ ਕਰਨ ਦੀ ਗੱਲ ਕੀਤੀ ਆ, ਗੱਲਬਾਤ ਦੇ ਨਾਲ ਮਸਲਾ ਜਿਹੜਾ ਹੱਲ ਕਰਨ ਦੀ ਗੱਲ ਕੀਤੀ ਆ। ਤੇ ਪਰ ਅੱਜ ਦੀ ਯੁੱਗ ਦੀ ਗੱਲ ਇਹ ਆ ਕਿ ਅੱਜ ਅਸੀਂ ਇੱਕ ਕਿਸੇ ਦੀ ਗੱਲ ਨਿੱਕੀ ਜੀ ਵੀ ਬਰਦਾਸ਼ਤ ਹੀ ਨਹੀਂ ਕਰਦੇ। ਬਰਦਾਸ਼ਤ ਦੀ ਗੱਲ ਸੁਣ ਲਓ। ਹੁਣ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਮੁੱਖ ਜਿਹੜੇ ਆਪਣੇ ਆਪ ਨੂੰ ਮਾਲਕ ਸਮਝਦੇ ਆ ਉਹ ਤੇ ਸਿੱਖ ਕੌਮ ਆ। ਤੇ ਇਸ ਵੇਲੇ ਸਿੱਖ ਕੌਮ ਹੀ ਪਤਾ ਨਹੀਂ ਕਿੰਨੇ ਹਿੱਸੇ 'ਚ ਵੰਡੀ ਪਈ ਆ। ਆ ਬੜਾ ਅਫਸੋਸ ਹੁੰਦਾ ਵਾ ਜਦੋਂ ਅਖਬਾਰਾਂ 'ਚ ਪੜ੍ਹੀਦਾ ਵਾ ਕਿ ਸ਼੍ਰੋਮਣੀ ਕਮੇਟੀ ਨੇ 21 ਤਰੀਕ ਨੂੰ ਹੋਲਾ ਮਹੱਲਾ ਮਨਾਉਣਾ ਵਾ ਤੇ ਨਿਹੰਗ ਜਥੇਬੰਦੀਆਂ ਨੇ 22 ਤਰੀਕ ਨੂੰ ਹੋਲਾ ਮਹੱਲਾ ਮਨਾਉਣਾ। ਕੀ ਸ਼੍ਰੋਮਣੀ ਕਮੇਟੀ ਜਾਂ ਨਿਹੰਗ ਜਥੇਬੰਦੀਆਂ ਇਸ ਚੀਜ਼ ਨੂੰ ਬਹਿ ਕੇ ਹੱਲ ਨਹੀਂ ਕਰ ਸਕਦੇ? ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਰਜ ਆ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਇਹ ਦੁਬਦਾ ਦੂਰ ਕਰਨੀ ਕਿੰਨੀ ਔਖੀ ਆ। ਦਿਨ ਹੀ ਮਨਾਉਣੇ ਆ ਨਾ, ਦਿਨ ਹੀ ਆਪਾਂ ਉਹਨਾਂ ਨੂੰ ਜੇ ਆਪਾਂ ਇਕੱਠੇ ਹੋ ਕੇ ਬਣਾਈਏ ਤੇ ਦੁਨੀਆ ਤੇ ਕਿੱਡਾ ਸੋਹਣਾ ਸੰਦੇਸ਼ ਜਾਂਦਾ। ਦੁਨੀਆ ਵਿੱਚ ਸਿੱਖ ਜਿਹੜੀ ਕੌਮ ਆ ਇਸ ਦਾ ਕਿੱਡਾ ਸੋਹਣਾ ਪ੍ਰਭਾਵ ਜਾਂਦਾ, ਜਦੋਂ ਕਿ ਹੁਣ ਸਿੱਖ ਕੌਮ ਜਿਹੜੀ ਆ ਉਹ ਵੰਡੀਆਂ ਪਾਈ ਗਈ ਆ। ਇਸ ਵੰਡੀਆਂ ਪਾਉਣ ਦੇ ਵਿੱਚ ਮੈਂ ਇਹ ਕਿਸੇ ਨੂੰ ਮਾੜਾ ਤਾਂ ਨਹੀਂ ਕਹਿੰਦਾ, ਹਰ ਇੱਕ ਦਾ ਆਪੋ ਆਪਣਾ ਵਿਚਾਰ ਆ। ਪਰ ਇਹ ਜੇ ਹੁਣ ਆਪਾਂ ਇਸੇ ਇਸ਼ੂ ਦੇ 2 ਮਿੰਟ ਗੱਲ ਕਰ ਲਈਏ, ਬੜਾ ਸੋਹਣਾ ਚੱਲਣ ਡਿਆ ਸੀ ਆਪਣਾ ਕੈਲੰਡਰ ਚੰਦਰਮਾ ਦੇ ਆਧਾਰ ਤੇ ਜਿਹੜਾ ਸੀ। ਪਰੰਤੂ ਇੱਕ ਪਾਲ ਸਿੰਘ ਪੁਰੇਵਾਲ ਨੇ ਆਣ ਕੇ ਚੜੀਤੀ ਦੀ ਛੇੜ ਦਿੱਤੀ ਨਾਨਕਸ਼ਾਹੀ ਕੈਲੰਡਰ ਦੀ। ਉਹਨੇ ਸਿੱਖ ਕੌਮ 'ਚ ਆ ਕੇ ਨੱਦ ਫਾੜ ਪਾਇਆ ਵੀ ਜੀ ਅੱਜ ਉਹ ਕਿਸੇ ਤਣ ਪੱਤਣ ਨਹੀਂ ਗੱਲ ਲੱਗਣ ਡਈ। ਮੈਂ ਪਾਲ ਸਿੰਘ ਪੁਰੇਵਾਲ ਦੇ ਉਲਟ ਨਹੀਂ ਗਾ, ਪਰ ਮੈਂ ਸੋਚਦਾ ਵਾਂ ਵੀ ਸਾਡਾ ਜਿਹੜਾ ਸਿੱਖ ਜਿਹੜੀ ਸਮੂਦਾਇ ਆ, ਸਿੱਖ ਕੌਮ ਆ, ਇਹਨਾਂ ਦੇ ਸਾਰੇ ਜੀਵਨ ਜਾਚ ਦਾ ਧੁਰਾ ਮੁੱਖ ਕੇਂਦਰ ਗੁਰੂ ਗ੍ਰੰਥ ਸਾਹਿਬ ਆ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੇਤ, ਵਿਸਾਖ, ਜੇਠ, ਹਾੜ ਉਹਨਾਂ ਮਹੀਨਿਆਂ ਦੀ ਗੱਲ ਕੀਤੀ ਆ ਜੋ ਬਿਕਰਮੀ ਕੈਲੰਡਰ ਦੇ ਵਿੱਚ ਆਉਂਦੇ ਆ। ਗੁਰੂ ਗ੍ਰੰਥ ਸਾਹਿਬ ਜਨਵਰੀ ਫਰਵਰੀ ਦੀ ਗੱਲ ਤੇ ਕਿਤੇ ਨਹੀਂ ਹੈਗੀ। ਹਾਂਜੀ, ਹਾਂ, ਇਹਨਾਂ ਨੇ ਇੱਕ ਇਸ਼ੂ ਲੈ ਲਿਆ ਜੀ ਵੀ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਨ ਕਿਸੇ ਵੇਲੇ ਸਾਲ 'ਚ 2 ਆਉਂਦੇ ਤੇ ਕਿਸੇ ਵੇਲੇ ਨਹੀਂ ਆਉਂਦਾ। ਉਹ ਭਾਈ ਅਸੀਂ ਈਸਵੀ ਕੈਲੰਡਰ ਸਾਡਾ ਕੋਈ ਬੇਸ ਨਹੀਂ ਹੈਗਾ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਬੇਸ ਸਾਡਾ ਉਹ ਹੈਗਾ ਬਿਕਰਮੀ ਕੈਲੰਡਰ। ਹਾਂਜੀ, ਚੇਤ ਗੋਬਿੰਦ ਆਰਾਧੀਏ ਹੋਵੇ ਆਨੰਦ ਘਣਾ। ਗੁਰੂ ਸਾਹਿਬ ਨੇ ਚੇਤ ਦੀ ਗੱਲ ਕੀਤੀ ਆ, ਜਨਵਰੀ ਦੀ ਗੱਲ ਹੀ ਕੀਤੀ। ਹਾਂਜੀ, ਇਸ ਕਰਕੇ ਮੇਰੀ ਦੇ ਸਾਰੇ ਸਿੱਖ ਕੌਮ ਨੂੰ ਇਹੋ ਹੱਥ ਜੋੜ ਕੇ ਬੇਨਤੀ ਆ ਕਿ ਆਪਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ ਇਹਦੇ ਪਿੱਛੇ ਚੱਲੀਏ। ਈਸਵੀ ਕੈਲੰਡਰ ਜਿਹੜਾ ਸਾਡਾ ਵਾ ਸਿੱਖ ਕੌਮ ਦਾ ਕੈਲੰਡਰ ਨਹੀਂਗਾ। ਆਪਾਂ ਉਹ ਕੈਲੰਡਰ ਨੂੰ ਅਡਾਪਟ ਕਰੀਏ, ਉਸ ਕੈਲੰਡਰ ਦੇ ਮਗਰ ਲੱਗੀਏ ਜਿਹੜਾ ਕੈਲੰਡਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ। ਚੇਤ ਵਿਸਾਖ ਮਹੀਨੇ ਜਿਸ ਤਰ੍ਹਾਂ ਪੂਰਨਮਾਸ਼ੀ,
ਮੱਸਿਆ ਵਗੈਰਾ ਵਗੈਰਾ ਜਿਹੜੀਆਂ ਸਾਡੀਆਂ ਬਿਕਰਮੀ ਕੈਲੰਡਰ ਦੇ ਮੁਤਾਬਕ ਇਹ ਤੁਰਿਆ ਆਉਂਦਾ ਵਾ, ਉਸ ਨੂੰ ਫੋਲੋ ਕਰੀਏ। ਕਈ ਲੋਕ ਕਹਿੰਦੇ ਆ ਵੇਖੋ ਜੀ RSS ਨੇ ਇਹ ਚੀਜ਼ ਨਾ ਕੀ ਆ ਪ੍ਰਭਾਵਿਤ ਕੀਤੀ ਆ, ਇਹ ਚੰਦਰਮਾ ਵਾਲਾ ਕੈਲੰਡਰ ਜਿਹੜਾ ਵਾ ਬਿਕਰਮੀ ਕੈਲੰਡਰ ਲਾਗੂ ਕਰਨ ਵਿੱਚ। ਉਹ ਭਾਈ ਬਿਕਰਮੀ ਕੈਲੰਡਰ ਤੇ 2000 ਸਾਲ ਪੁਰਾਣਾ ਵਾ। RSS ਤੋਂ ਜੰਮੀ ਵੀ ਨਹੀਂ ਜਦੋਂ ਦਾ ਕੈਲੰਡਰ ਚੱਲਿਆ ਵਾ। ਗੁਰੂ ਸਾਹਿਬ ਨੇ ਅੱਜ ਤੋਂ 500 ਸਾਲ ਪਹਿਲਾਂ ਇਹ ਕੈਲੰਡਰ ਜਿਹੜਾ ਸੀ ਲਾਗੂ ਕੀਤਾ ਵਾ। ਇਸ ਕਰਕੇ ਸਗੋਂ ਸਾਨੂੰ ਇਹ ਚਾਹੀਦਾ ਸੀ ਵੀ ਜਿਹੜੇ ਆਪਾਂ ਆਪਣੀ ਮਰਜ਼ੀ ਨਾਲ ਤਿਉਹਾਰ ਬਣਾਉਣੇ ਸ਼ੁਰੂ ਕਰ ਦਿੱਤੇ ਨੇ, ਜਿਹੜੇ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਤੇ ਆਉਂਦਾ ਵਾ ਵਿਸਾਖ ਵਿੱਚ, ਸਾਰੇ ਜਿਹੜੇ ਸਾਡੇ ਸਾਹਿਤਕਾਰ ਆ, ਸਾਡੇ ਇਤਿਹਾਸਕਾਰ ਲਿਖਦੇ ਆ, ਪਰੰਤੂ ਅਸੀਂ ਬਣਾਉਨੇ ਕੱਤਕ ਨੂੰ। ਇਹਨਾਂ ਤਰੁੱਟੀਆਂ ਨੂੰ ਬੇਸ਼ੱਕ ਆਪਾਂ ਦੂਰ ਕਰ ਲੈਂਦੇ ਤੇ ਉਹਨਾਂ ਦੇ ਸਹੀ ਦਿਨ ਨੂੰ ਜੋ ਜਦੋਂ ਪੋਹ ਦੀ 7ਵੀਂ ਆਉਂਦੀ ਆ, ਹਾਂਜੀ, ਇਹਨਾਂ ਦੇ ਹਿਸਾਬ ਨਾਲ ਮਨਾਈਏ ਤੇ ਮੇਰਾ ਖਿਆਲ ਵੀ ਗੁਰੂ ਸਾਹਿਬ ਜ਼ਿਆਦਾ ਖੁਸ਼ ਹੋਣਗੇ ਇਸ ਦੀ ਬਜਾਏ ਕਿ ਆਪਾਂ 5 ਜਨਵਰੀ ਜਾਂ ਫਰਵਰੀ ਜਾਂ ਕਿਸੇ ਹੋਰ ਅੰਗਰੇਜ਼ੀ ਮਹੀਨੇ 'ਚ ਮਨਾਈਏ। ਮੇਰਾ ਬਣ ਕੇ ਦਾ ਵੀ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ 2 ਮਹੀਨੇ ਦਰਜ ਆ, ਜੋ ਤਿੱਥਾਂ ਦਰਜ ਆ, ਜੋ ਵਾਰ ਦਰਜ ਆ, ਸਾਨੂੰ ਉਹਨਾਂ ਨੂੰ ਇਹ ਫੋਲੋ ਕਰਨਾ ਚਾਹੀਦਾ ਵਾ ਬਨਿਸਬਤ ਕੇ ਦੂਜੇ ਕੈਲੰਡਰ ਨੂੰ। ਤੇ ਇਸ ਕੈਲੰਡਰ ਦੇ ਪਿੱਛੇ ਲਾ ਕੇ ਸਾਰੀ ਕੌਮ ਜਿਹੜੀ ਆ ਇੱਕ ਮੱਤ ਹੋਣੀ ਚਾਹੀਦੀ ਆ, ਤਾਂ ਕਿ ਸਿੱਖ ਫਿਲਾਸਫੀ ਤੇ ਇੰਨੀ ਮਹਾਨ ਫਿਲਾਸਫੀ ਆ ਕਿ ਜੇ ਦੁਨੀਆ 'ਚ ਫੈਲਾਤਾ ਜਾਵੇ ਤਾਂ ਦੁਨੀਆ ਸਾਰੀ ਸਿੱਖ ਹੀ ਬਣ ਜੇ। ਹਾਂਜੀ, ਇਸ ਕਰਕੇ ਇਹਦੇ ਵਿੱਚ ਕਿਸੇ ਦੇ ਪ੍ਰਤੀ ਈਰਖਾ ਨਹੀਂ ਦੱਸੀ, ਕਿਸੇ ਪ੍ਰਤੀ ਵੈਰ ਨਹੀਂ ਦੱਸਿਆ, ਕਿਸੇ ਨੂੰ ਇਹ ਨੀਵਾਂ ਵਿਖਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਹਦੇ ਸਭੇ ਸਾਂਝੀ ਵਾਲ ਸਦਾਇਆ ਨਾ ਕੋਈ ਨਾ ਦਿਸੇ ਬਾਹਰਾ ਜੀਓ। ਇਹ ਤੇ ਸਾਰੀ ਮਨੁੱਖਤਾ ਦਾ ਧਰਮ ਆ। ਤੇ ਇਸ ਦੀ ਅੱਜ ਕੱਲ੍ਹ ਜਿਸ ਤਰ੍ਹਾਂ ਹੁਣ ਇਲੈਕਟ੍ਰੋਨਿਕ ਮੀਡੀਆ ਦੁਨੀਆ ਤੇ ਇਹ ਬੜੀ ਛੇਤੀ ਪ੍ਰਚਾਰ ਕਰ ਰਿਹਾ ਵਾ। ਇਲੈਕਟ੍ਰੋਨਿਕ ਮੀਡੀਆ ਜਿਹੜਾ ਵਾ ਇਸ ਦੀ ਵਰਤੋਂ ਕਰਕੇ ਸਿੱਖ ਫਿਲਾਸਫੀ ਜਿਹੜੀ ਆ, ਸਿੱਖ ਵਿਦਵਾਨਾਂ ਦੇ ਰਾਹੀਂ ਸਿੱਖ ਧਰਮ ਦੇ ਜਿਹੜੇ ਪ੍ਰਚਾਰਕ ਆ ਉਹਨਾਂ ਰਾਹੀਂ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਵਾ। ਬਾਕੀ ਭਾਸ਼ਾਵਾਂ ਦਾ ਵੀ ਸਗੋਂ ਸਾਨੂੰ ਅਧਿਐਨ ਕਰਨਾ ਚਾਹੀਦਾ ਵਾ, ਤਾਂ ਕਿ ਸਾਡੀ ਜਿਹੜੀ ਸਿੱਖ ਫਿਲਾਸਫੀ ਆ ਉਹ ਸਾਰੀਆਂ ਭਾਸ਼ਾਵਾਂ ਦੇ ਲੋਕਾਂ ਤੱਕ, ਸਾਰੇ ਦੇਸ਼ਾਂ ਦੇ ਲੋਕਾਂ ਤੱਕ ਜਾਵੇ। ਇਹ ਅਰਖੀ ਸਾਹਿਬ ਕਿਤੇ ਨਾ ਕਿਤੇ ਸਾਡੀ ਇਹ ਮੈਂ ਕਹੂੰਗਾ ਕਿ ਤਰਾਸਦੀ ਰਹੀ ਹੈ ਕਿ ਸਾਡੀਆਂ ਸੰਸਥਾਵਾਂ ਵੀ ਉਸ ਪੱਧਰ ਤੱਕ ਪਹੁੰਚ ਨਹੀਂ ਕਰ ਸਕੀਆਂ ਕਿ ਅਸੀਂ ਗੁਰੂ ਸਾਹਿਬ ਦਾ ਸੰਦੇਸ਼ ਜਿਹੜਾ ਆ ਉਹ ਪਹੁੰਚਾਉਣ ਦੇ ਵਿੱਚ ਅਜੇ ਵੀ ਉਹਨੇ ਕਾਮਯਾਬ ਨਹੀਂ ਹੋਏ। ਅੱਜ ਈਸਾਈਆਂ ਦੀ ਗੱਲ ਲੈ ਲਈ ਜਾਵੇ ਤਾਂ ਉਹਨਾਂ ਨੇ ਘਰ ਘਰ ਤੱਕ ਲਿਟਰੇਚਰ ਤੱਕ ਜਿਹੜੀਆਂ ਚੀਜ਼ਾਂ ਆ ਉਹ ਪਹੁੰਚਾ ਦਿੱਤੀਆਂ। ਬਹੁਤ ਸਾਰੇ ਲੋਕ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਉਹ ਲਾਲਚ ਦੇ ਕੇ ਵੀ ਆਪਣੇ ਧਰਮ ਦੇ ਵਿੱਚ ਜਿਹੜਾ ਆ ਉਹ ਸ਼ਾਮਿਲ ਕਰ ਰਹੇ ਆ। ਉਹਨਾਂ ਦਾ ਇੱਕ ਜਿਹੜਾ ਸ਼ਹੀਦ ਹੋਇਆ ਸੀ ਉਸ ਚੀਜ਼ ਨੂੰ ਬੇਸ ਬਣਾ ਕੇ। ਪਰ ਗੁਰੂ ਨਾਨਕ ਸਾਹਿਬ ਦੀ ਗੱਲ ਕਰੀਏ, ਜਿਸ ਤਰੀਕੇ ਦਾ ਉਹਨਾਂ ਦਾ ਸਿਧਾਂਤ ਸੀਗਾ, ਉਸ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਤੱਕ ਜਿਸ ਤਰ੍ਹਾਂ ਦਾ ਸਾਰਾ ਗੁਰੂ ਸਾਹਿਬਾਨਾਂ ਦਾ ਕਾਰਜਕਾਲ ਰਿਹਾ, ਉਸ ਤੋਂ ਬਾਅਦ ਦੇ ਵਿੱਚ ਵੀ ਅੱਜ ਅਸੀਂ ਇੰਨੇ ਪਛੜੇ ਹੋਏ ਆ। ਹਰੇ ਕਿ ਜਿਹੜਾ ਸਿੱਖ ਧਰਮ ਆ ਇੱਕ ਮਾਡਰਨ ਧਰਮ ਆ, ਨਵਾਂ ਧਰਮ ਆ, ਪਰ ਅਜੇ ਵੀ ਪ੍ਰਚਾਰ ਜਿਹੜਾ ਇਹਦਾ ਉਸ ਤਰੀਕੇ ਨਾਲ ਨਹੀਂ ਹੋ ਰਿਹਾ। ਸੰਸਥਾਵਾਂ 'ਚ ਪੈਸਾ ਬਹੁਤ ਆ ਪਰ ਪ੍ਰਚਾਰ ਦੀ ਕਮੀ ਆ। ਇਹ ਕਿਉਂ ਇਹ ਚੀਜ਼ ਹੋ ਰਹੀ ਆ? ਗਿੱਲ ਸਾਹਿਬ, ਸਿੱਖ ਧਰਮ ਨੂੰ ਨਾ ਬੜੇ ਜੰਗਾਂ ਯੁੱਧਾਂ 'ਚੋਂ ਲੰਘਣਾ ਪਿਆ ਜੀ। 6ਵੇਂ ਪਾਤਸ਼ਾਹ ਤੋਂ ਹੀ ਲੜਾਈਆਂ ਸ਼ੁਰੂ ਹੋ ਗਈਆਂ ਸੀ ਤੇ ਫਿਰ 10ਵੇਂ ਪਾਤਸ਼ਾਹ ਦਾ ਜੀਵਨ ਤੇ ਆਪਾਂ ਸਾਰਾ ਜਾਣਦੇ ਹਾਂ। ਉਸ ਤੋਂ ਬਾਅਦ ਬਾਬੇ ਬੰਦੇ ਬਹਾਦਰ ਦਾ ਜੀਵਨ, ਉਸ ਤੋਂ ਬਾਅਦ ਮਿਸਲਾਂ ਦਾ ਜੀਵਨ। ਸਿੱਖ ਕੌਮ ਕਿਉਂਕਿ ਸੱਚ ਦੇ ਆਧਾਰ ਤੇ ਆ, ਆਪਣੇ ਜਿਹੜਾ ਧਰਮ ਦੀ ਆਜ਼ਾਦੀ ਦੇ ਆਧਾਰ ਤੇ ਆ। ਇਹ ਚਾਹੁੰਦੇ ਆ, ਜਿੱਦਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ਹੀਦੀ ਇਸ ਕਰਕੇ ਦਿੱਤੀ ਸੀ ਵੀ ਹਰ ਇੱਕ ਵਿਅਕਤੀ ਨੂੰ ਆਪਣੇ ਅਕੀਦੇ ਮੁਤਾਬਕ, ਆਪਣੇ ਧਰਮ ਦੇ ਮੁਤਾਬਕ ਜੀਣ ਦਾ ਅਧਿਕਾਰ ਆ। ਦੂਸਰੇ ਨੂੰ ਸਾਨੂੰ ਗੁਲਾਮ ਨਹੀਂ ਬਣਾਉਣਾ ਚਾਹੀਦਾ। ਪਰੰਤੂ ਜਿਹੜੇ ਬਾਕੀ ਸੀ ਲੋਕ ਉਸ ਵੇਲੇ ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਧਾਰਮਿਕ ਪੱਖੋਂ ਪਛੜੇ ਸੀ, ਵੈਸੇ ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਸਿਧਾਂਤ ਨੂੰ ਸਮਝਿਆ ਹੀ ਨਹੀਂ, ਉਹਨਾਂ ਨੇ ਇਸ ਸੱਚ ਦੇ ਧਰਮ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਗੁਰੂ 10ਵੇਂ ਪਾਤਸ਼ਾਹ ਨੇ ਕਿਸੇ ਦਾ ਰਾਜ ਨਹੀਂ ਮੱਲਿਆ, ਕਿਸੇ ਦੀ ਜ਼ਮੀਨ ਤੇ ਨਹੀਂ ਖੋਈ ਉਹਨਾਂ ਨੇ, ਤੇ ਨਾ ਜ਼ਮੀਨ ਉਹਨਾਂ ਦਾ ਨੱਪਣ ਦਾ ਕੋਈ ਇਰਾਦਾ ਸੀ। ਉਹ ਪਹਾੜੀ ਰਾਜੇ ਤੇ ਮੁਗਲ ਰਾਜੇ ਸਿਰਫ ਇਸੇ ਗੱਲੋਂ ਹੀ ਤਕਲੀਫ ਕਰਦੇ ਸੀ ਕਿ ਇਹ ਟੌਰ ਨਾਲ ਕਿਉਂ ਜੀ ਰਹੇ ਆ, ਇਹ ਕਲਗੀ ਕਿਉਂ ਲਾ ਰਹੇ ਆ, ਇਹ ਘੋੜੇ ਤੇ ਕਿਉਂ ਸਵਾਰ ਹੋ ਰਹੇ ਆ, ਇਹ ਆਪਣੇ ਨਗਾਰੇ ਕਿਉਂ ਵਜਾ ਰਹੇ ਆ, ਇਹ ਹਾਥੀਆਂ 'ਤੇ ਚੜ੍ਹ ਕੇ ਆਪਣਾ ਕਿਤਨਾ ਸ਼ਾਨੋ ਸ਼ੌਕਤ ਦਾ ਜੀਵਨ ਸਾਡੇ ਸਾਹਮਣੇ ਕਿਤਨਾ ਬਤੀਤ ਕਰਦੇ ਆ। ਸਿਧਾਂਤ ਇਹ ਸੀਗਾ ਕਿ ਹਰੇਕ ਨੂੰ ਆਪਣੀ ਜ਼ਿੰਦਗੀ ਖੁੱਲ੍ਹ ਕੇ ਜੀਣ ਦਾ ਮੌਕਾ ਮਿਲਣਾ ਚਾਹੀਦਾ, ਹਰ ਇੱਕ ਨੂੰ ਖੁੱਲ੍ਹ ਕੇ ਮਿਲਣਾ ਚਾਹੀਦਾ, ਹਰ ਇੱਕ ਨੂੰ ਆਜ਼ਾਦੀ ਆ। ਹਾਂਜੀ, ਇਸ ਆਜ਼ਾਦੀ ਨੂੰ ਦਬਾਉਣ ਵਾਸਤੇ ਜਿਹੜੇ ਉਸ ਵੇਲੇ ਦੇ ਪਹਾੜੀ ਰਾਜੇ ਸੀ, ਜਿਹੜੇ ਤੰਗ ਦਿਲ ਸੀ, ਜਿਹੜੇ ਕਿ ਕਹਿ ਸਕਦੇ ਆਪਾਂ ਗਿਆਨ ਵੀ ਹੋਣੇ ਸੀ ਵੈਸੇ, ਤੇ ਉਹਨਾਂ ਨੇ ਇਹ ਸਿੱਖਾਂ ਨੂੰ ਐਸੇ ਇਹ ਸੰਘਰਸ਼ ਵਿੱਚ ਪਾਤਾ ਕਿ ਸਿੱਖ ਕੌਮ ਨੂੰ ਲਗਭਗ 3 ਸਦੀਆਂ ਜਿਹੜਾ ਵਾ ਆਪਣੀ ਸਥਾਪਤੀ ਕਰਨ ਵਾਸਤੇ ਜਿਹੜਾ ਸੀ ਉਹ ਸੰਘਰਸ਼ ਕਰਨਾ ਪਿਆ। ਇਸ ਕਰਕੇ ਹੁਣ ਇਹ ਆਪਾਂ ਕਹੀਏ ਵੀ ਸਿੱਖ ਸੰਘਰਸ਼ ਹੀ ਕਰਦੇ ਰਹੇ ਆ ਤੇ ਵਿਦਿਆ ਪੱਖੋਂ ਥੋੜੇ ਜਿਹੇ ਪਿੱਛੇ ਰਹਿ ਗਏ।
ਹੁਣ ਜਿਹੜਾ ਸਿੱਖਾਂ ਕੋ ਖਜ਼ਾਨਾ ਵਾ ਗੁਰੂ ਗ੍ਰੰਥ ਸਾਹਿਬ ਦਾ ਏਡਾ ਵੱਡਾ ਗਿਆਨ ਦਾ ਖਜ਼ਾਨਾ ਵਾ, ਇਸ ਨੂੰ ਜੇ ਪੜ੍ਹਿਆ ਜਾਵੇ, ਇਸ ਤੇ ਅਮਲ ਕੀਤਾ ਜਾਵੇ ਤੇ ਇਹਨੂੰ ਵੱਡਾ ਕੋਈ ਹੋਰ ਹੈ ਹੀ ਨਹੀਂਗਾ। ਸਿਧਾਂਤ ਹੀ ਕੋਈ ਨਹੀਂ, ਫਿਲਾਸਫੀ ਕੋਈ ਨਹੀਂ, ਤੇ ਗਿਆਨ ਇਹ ਤੋਂ ਹਰ ਜੀਵਨ ਦੇ ਹਰ ਸਮੱਸਿਆ ਦਾ ਹੱਲ ਸਾਨੂੰ ਲੱਭਦਾ। ਆਪਣੇ ਜੀਵਨ ਦਾ ਨਹੀਂ, ਸੰਸਾਰ ਦੇ ਸਾਰੀਆਂ ਸਮੱਸਿਆ ਦਾ ਹੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗਾ ਵਾ। ਪਰੰਤੂ ਸਿੱਖ ਕੌਮ ਇਸ ਵੇਲੇ ਐਜੂਕੇਸ਼ਨ ਦੇ ਪੱਖੋਂ, ਵਿਦਿਆ ਦੇ ਪੱਖੋਂ ਥੋੜੀ ਜਿਹੀ ਪਛੜ ਚੁੱਕੀ ਆ। ਤੇ ਫਿਰ ਨੰਬਰ 2 ਤੇ ਸਿੱਖ ਧਰਮ ਦੇ ਜਿਹੜੇ ਲੀਡਰ ਆ ਇਹੋ ਜਿਹਾ ਵੀ ਹੋ ਗਏ ਆ ਵੀ ਜੇ ਕੋਈ ਸਿੱਖ ਧਰਮ ਦੇ ਵਿੱਚ ਕੋਈ ਵਿਦਵਾਨ ਹੈਗਾ ਵਾ ਤੇ ਉਸ ਨੂੰ ਉੱਭਰ ਨਹੀਂ ਦਿੰਦੇ, ਉਸ ਨੂੰ ਅੱਗੇ ਨਹੀਂ ਆਉਣ ਦਿੰਦੇ, ਉਸ ਦੀਆਂ ਲੱਤਾਂ ਖਿੱਚ ਕੇ ਜਾਂ ਉਹਨੂੰ ਕਿਸੇ ਨਾ ਕਿਸੇ ਢੰਗ ਨਾਲ ਨਿਰਾਸ਼ ਕਰਕੇ ਬਹਾ ਦਿੰਦੇ ਆ। ਤੇ ਇਸ ਕਰਕੇ ਹੁਣ 10ਵੇਂ ਪਾਤਸ਼ਾਹ ਦਾ ਤੁਸੀਂ ਵੇਖੋ, ਜਦੋਂ 10ਵੇਂ ਪਾਤਸ਼ਾਹ ਸਾਰੀਆਂ ਲੜਾਈਆਂ ਕਰਕੇ ਤੇ ਤਲਵੰਡੀ ਸਾਬੋ ਗਏ ਸੀ ਤੇ ਉਹਨਾਂ ਨੇ ਮਹਿਸੂਸ ਕੀਤਾ ਵੀ ਸਿੱਖ ਪਿੱਛੇ ਰਹਿ ਗਏ ਆ। ਉਹਨਾਂ ਨੇ ਕੁਝ 94 ਸਿੱਖਾਂ ਨੂੰ ਕਾਸ਼ੀ ਭੇਜਿਆ ਸੀ ਵੀ ਜਾਓ ਭਾਈ, ਉਥੋਂ ਸੰਸਕ੍ਰਿਤ, ਫਾਰਸੀ ਤੇ ਸਾਰੀ ਸਮਝ ਕੇ ਆਓ ਤਾਂ ਕਿ ਸਾਡੇ ਸਿੱਖਾਂ ਦੇ ਵਿੱਚ ਜਿਹੜਾ ਗਿਆਨ ਦੀ ਘਾਟ ਨਾ ਰਵੇ। ਉਹ ਉਹਨਾਂ ਨੂੰ ਗੁਰੂ ਸਾਹਿਬ ਜੋ ਸਿੱਖ ਕੇ ਆਏ ਤੇ ਉਹਨਾਂ ਨੂੰ ਕੀ ਕਿਹਾ? ਨਿਰਮਲੇ। ਇਹ ਨਿਰਮਲ ਹੋ ਗਏ ਆ, ਇਹ ਸ਼ੁੱਧ ਹੋ ਗਏ ਆ, ਖਾਲਸ ਹੋ ਗਏ ਆ, ਇਹਨਾਂ 'ਚ ਕਿਸੇ ਕਿਸਮ ਦੀ ਹੁਣ ਤਰੁੱਟੀ ਨਹੀਂ ਰਹੀ। ਹਾਂਜੀ, ਪਰ ਅੱਜ ਸਿੱਖ ਕੌਮ ਦੀ ਤਰਾਸਦੀ ਆ ਕਿ ਮੁੱਖ ਧਾਰਾ 'ਚ ਜਿਹੜੇ ਸਿੱਖ ਆਪਣੇ ਆਪ ਨੂੰ ਹਾਵੀ ਹੋਏ ਆ, ਉਹਨਾਂ ਨੇ ਨਿਰਮਲਿਆਂ ਨੂੰ ਪਰਾਂ ਕਰ ਦਿੱਤਾ। ਬਿਲਕੁਲ। ਹਾਂਜੀ, ਉਹਨਾਂ ਨੇ ਅੱਜ ਵੇਖੋ ਸਿੱਖਾਂ 'ਚ ਕੋਈ ਜੀ ਇਹ ਬਣ ਗਿਆ ਜੀ ਨਾਮਧਾਰੀਆ ਬਣ ਗਿਆ, ਕੋਈ ਜੀ ਨਾਨਕਸਰੀਆ ਬਣ ਗਿਆ। ਹਾਂਜੀ, ਹਰ ਇੱਕ ਦਾ ਜਿਹੜਾ ਉਹ ਪੈਟਰਨ ਵੱਖਰਾ, ਜਾਂ ਕਹਿ ਲਓ ਵੀ ਉਹਨਾਂ ਦਾ ਟ੍ਰੇਡ ਮਾਰਕ ਹਰ ਇੱਕ ਦੁਕਾਨ ਦਾ ਵੱਖੋ ਵੱਖਰਾ ਵਾ। ਸਿਰਫ ਆਪਣੇ ਇਹ ਗੱਲ ਨੂੰ ਵਧਾਉਣ ਵਾਸਤੇ, ਆਪਣੇ ਪੈਰੋਕਾਰ ਵਧਾਉਣ ਵਾਸਤੇ ਕੋਈ ਕੰਨ 'ਚ ਫੂਕਾ ਮਾਰ ਕੇ ਕੋਈ ਦੇਣ ਡਿਆ ਮੰਤਰ, ਕੋਈ ਕੁਛ ਕਰਨ ਡਿਆ, ਕੋਈ ਕੁਛ ਕਰਨ ਡਿਆ। ਜਿਹੜੇ ਵਹਿਮਾਂ ਭਰਮਾਂ ਤੋਂ ਗੁਰੂ ਸਾਹਿਬ ਨੇ ਕੱਢਿਆ ਸੀ, ਗੁਰੂ ਨਾਨਕ ਸਾਹਿਬ ਦੀ ਗੱਲ ਕਰ ਲਈ ਜਾਵੇ, ਉਹਨਾਂ ਨੇ ਜਿਵੇਂ ਜਿਹੜਾ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀਗਾ, ਜਾਂ ਜਿਵੇਂ ਉਹਨਾਂ ਦੀ ਸਿੱਧਾਂ ਨਾਲ ਗੋਸ਼ਟ ਹੁੰਦੀ ਆ, ਜਾਂ ਜੋ ਕੁਛ ਵੀ ਹੁੰਦਾ, ਜਿਹੜੇ ਵਹਿਮਾਂ ਭਰਮਾਂ ਤੋਂ ਉਹਨਾਂ ਨੇ ਕਿਹਾ ਜਿਵੇਂ ਸੂਰਜ ਨੂੰ ਪਾਣੀ ਦੇਣ ਦੀ ਹੀ ਐਸੀ ਸਾਖੀ ਜਿਹੜੀ ਬਿਲਕੁਲ ਠੀਕ ਤੁਹਾਡੀ ਗੱਲ। ਉਹੋ ਹੀ ਫੇਰ ਐ ਨਹੀਂ ਲੱਗਦਾ ਕਿ ਅਣਖੀ ਸਾਹਿਬ ਫੇਰ ਦੁਬਾਰਾ ਉਹੀ ਚੀਜ਼ ਹੋ ਰਹੀ ਆ। ਅੱਜ ਜਿਹੜੇ ਸਿੱਖ ਆ ਉਹ ਪੰਡਤਾਂ ਕੋ ਜਾਂਦੇ ਆ, ਵਿਆਹਾਂ ਤੋਂ ਪਹਿਲਾਂ ਵੀ ਜਾਂਦੇ ਆ, ਹੱਥ ਵੀ ਦਿਖਾਉਂਦੇ ਆ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਆਉਂਦੀਆਂ ਸਾਹਮਣੇ। ਗੁਰੂ ਨਾਨਕ ਦੇਵ ਜੀ ਨੇ ਜੋ ਵੀ ਕੀਤਾ ਸੀ ਨਾ, ਪ੍ਰੈਕਟੀਕਲੀ ਕੀਤਾ ਸੀ। ਉਹਨਾਂ ਸਿਰਫ ਸਿਧਾਂਤ ਨਹੀਂ ਦਿੱਤੇ। ਹੁਣ ਜੇ ਤਾਂ ਤੁਸੀਂ ਹੁਣੇ ਗੱਲ ਕੀਤੀ ਆ ਉਹ ਗੰਗਾ ਹਰਿਦੁਆਰ ਵਾਲੀ, ਵੀ ਜਦੋਂ ਉਹ ਪਾਂਡੇ ਜਿਹੜੇ ਸੀ ਸੂਰਜ ਨੂੰ ਪਾਣੀ ਦੇ ਰਹੇ ਸੀ ਤੇ ਗੁਰੂ ਸਾਹਿਬ ਨੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ, ਤੇ ਉਹਨਾਂ ਜਦੋਂ ਪੁੱਛਿਆ ਵੀ ਭਾਈ ਕਿੱਥੇ ਪਾਣੀ ਭੇਜਣ ਡਿਆ ਜੇ, ਆਂਦੇ ਮੈਂ ਆਪਣੇ ਖੇਤਾਂ 'ਚ ਭੇਜਣ ਡਿਆ ਵਾਂ ਕਰਤਾਰਪੁਰ। ਹਾਂਜੀ, ਉਹ ਆਂਦੇ ਆ ਵੀ ਏਡੀ ਦੂਰ ਤੱਕ ਪਾਣੀ ਕਿੱਦਾਂ ਚੱਲ ਜੂ? ਆਂਦੇ ਜੀ ਤੁਹਾਡਾ ਸੂਰਜ ਤੱਕ ਜਾ ਸਕਦਾ ਤੇ ਮੇਰਾ ਨਹੀਂ ਜਾ ਸਕਦਾ। ਹਾਂਜੀ, ਇਸੇ ਤਰ੍ਹਾਂ ਇਹ ਗੁਰੂ ਸਾਹਿਬ ਦੀ ਜਿਹੜੀ ਜੀਵਨ ਦੀ ਮਹੱਤਤਾ ਨਾ, ਉਹਨੂੰ ਥੋੜਾ ਜਿਹਾ ਲਾਂਭੇ ਕਰਨ ਵਾਸਤੇ ਸਾਡੇ ਕੁਝ ਸਿੱਖਾਂ ਨੇ ਇਹੋ ਜਿਹੀਆਂ ਕਹਾਣੀਆਂ ਘੜਤੀਆਂ ਤੇ ਲੋਕ ਸੁਣ ਕੇ ਬੜੇ ਖੁਸ਼ ਹੁੰਦੇ ਆ। ਜਿਸ ਤਰ੍ਹਾਂ ਜਦੋਂ ਗੁਰੂ ਨਾਨਕ ਦੇਵ ਜੀ ਵੇਲੇ, ਉਦੋਂ ਸਭ ਤੋਂ ਪ੍ਰੋਮੀਨੈਂਟ ਜਿਹੜਾ ਧਰਮ ਸੀ ਉਹ ਨਾਥ ਜੋਗੀਆਂ ਦਾ ਸੀ। ਜਦੋਂ ਗੁਰੂ ਸਾਹਿਬ ਦੀ ਮਹਿਮਾ ਫੈਲਣੀ ਸ਼ੁਰੂ ਹੋ ਗਈ ਤੇ ਸਭ ਤੋਂ ਪਹਿਲਾਂ ਖਤਰਾ ਨਾਥ ਜੋਗੀਆਂ ਨੂੰ ਹੋਇਆ ਵੀ ਜੇ ਇਹਨਾਂ ਦੀ ਸਿੱਖੀ ਜਿਹੜੀ ਵੱਧ ਗਈ, ਇਹਨਾਂ ਦੇ ਪੈਰੋਕਾਰ ਵੱਧ ਗਏ ਤੇ ਸਾਡੇ ਪੈਰੋਕਾਰ ਖਤਮ ਹੋ ਜਾਣੇ ਆ। ਉਹ ਕੋਈ ਟਾਈਮ ਲੱਭਦੇ ਸੀ ਭਈ ਇਹਨਾਂ ਨੂੰ ਕਿਸ ਤਰ੍ਹਾਂ ਝੂਠਿਆਂ ਕੀਤਾ ਜਾ ਸਕੇ। ਉਹ ਵੇਲਾ ਆ ਗਿਆ ਗੁਰੂ ਨਾਨਕ ਦੇਵ ਜੀ ਦਾ ਵਿਆਹ ਦਾ। ਹਾਂਜੀ, ਜਦੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਆ ਤੇ ਫਿਰ ਸਿੱਧਾ ਨੇ ਇਹਨਾਂ ਨੂੰ ਫਿਰ ਆਂਦੇ ਸਾਡੇ ਨਾਲ ਕੇ ਗੱਲਬਾਤ ਕਰੋ ਜੀ, ਤੁਸੀਂ ਤੇ ਕਹਿੰਦੇ ਜੇ ਵੀ ਮੈਂ ਜੱਗ ਨੂੰ ਤਾਰਨ ਆਇਆ ਵਾਂ, ਮੈਂ ਧਾਰਮਿਕ ਬੰਦਾ ਵਾਂ, ਮੈਂ ਅਧਿਆਤਮਿਕ ਬੰਦਾ ਵਾਂ, ਮੈਂ ਰੱਬ ਦੀਆਂ ਗੱਲਾਂ ਕਰਦਾ ਵਾਂ, ਤੇ ਤੁਸੀਂ ਤੇ ਵਿਆਹ ਕਰਾਉਣ ਲੱਗੇ ਜੇ। ਜਿਹੜਾ ਬੰਦਾ ਵਿਆਹ ਕਰੂਗਾ ਉਹ ਤੇ ਸੰਸਾਰ ਦੇ ਸੁੱਖਾਂ ਵਿੱਚ ਫਸ ਗਿਆ, ਉਹ ਤੇ ਮੋਹ ਮਾਇਆ ਵਿੱਚ ਫਸ ਗਿਆ, ਤੇ ਤੁਸੀਂ ਕਿਸ ਤਰ੍ਹਾਂ ਦੁਨੀਆ ਨੂੰ ਪਾਰ ਉਤਾਰਾ ਕਰੋਗੇ? ਤੁਸੀਂ ਤੇ ਇਹ ਜਿਹੜਾ ਗ੍ਰਸਤੀ ਜੀਵਨ ਇੱਕ ਐਸੀ ਕੱਚੀ ਕੰਧ ਆ ਜਿਹੜੀ ਅੱਜ ਵੀ ਢੱਠੀ ਤੇ ਕੱਲ ਵੀ ਢੱਠੀ। ਗੁਰੂ ਜੀ, ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਹਰ ਇੱਕ ਧਰਮ ਚਾਹੁੰਦਾ ਵਾ ਕਿ ਮੇਰਾ ਵੱਧ ਤੋਂ ਵੱਧ ਫੈਲਾਅ ਹੋਵੇ। ਤੁਸੀਂ ਦੱਸੋ ਵੀ ਜੇ ਨਾਥਾਂ ਤੁਹਾਡਾ ਜੋਗੀਆਂ ਦਾ ਧਰਮ ਜੇ ਸਾਰੀ ਦੁਨੀਆ ਮੰਨ ਲੈ ਤੇ ਸੰਸਾਰ ਕਿੰਨਾ ਚਿਰ ਚੱਲੂ? ਬਿਲਕੁਲ, ਕਿਉਂਕਿ ਵਿਆਹ ਨਹੀਂ ਕਰਾਉਂਦੇ, ਉਹ ਗ੍ਰਸਤ ਜੀਵਨ ਤੋਂ ਪਰਾਂ ਰਹਿੰਦੇ ਸੀ। ਹਾਂਜੀ, ਫਿਰ ਉਹਨਾਂ ਨੂੰ ਜਵਾਬ ਕੋਈ ਨਾ ਆਇਆ। ਫਿਰ ਆਂਦੇ ਆ ਵੀ ਤੁਸੀਂ ਗ੍ਰਸਤੀਆਂ ਨੂੰ ਭੰਡਦੇ ਜੇ ਤੇ ਖਾਂਦੇ ਕਿਹਨਾਂ ਕੋਲ ਲੈ ਕੇ ਜੇ? ਮੰਗੇ ਉਹਨਾਂ ਘਰ ਜਾਂਦੇ ਰਹੇ ਖੱਪਰੀ ਆਪਣੀ ਫੜ ਕੇ। ਤੇ ਫਿਰ ਇਸ ਕਰਕੇ ਜੋਗੀ ਸਾਹਿਬ ਨਾਥ ਜੀ ਇਹ ਗ੍ਰਸਤੀ ਜੀਵਨ ਦੀ ਐਸੀ ਪੱਕੀ ਕੰਧ ਹੈ ਜਿਹੜੀ 4 ਯੁੱਗਾਂ ਤੱਕ ਜਿਹੜੀ ਇਹ ਚੱਲਣ ਵਾਲੀ ਹੈ। ਹਾਂਜੀ, ਉਹ ਉਹਨਾਂ ਨੇ ਇੱਕ ਸੰਕੇਤਕ ਭਾਸ਼ਾ 'ਚ, ਅਲੰਕਾਰਕ ਭਾਸ਼ਾ ਵਿੱਚ ਉਹਨਾਂ ਨੂੰ ਇਹ ਸਮਝਾਇਆ। ਇਸੇ ਤਰ੍ਹਾਂ ਵਲੀ ਕੰਧਾਰੀ ਦੀ ਗੱਲ ਆ।
ਵਲੀ ਕੰਧਾਰੀ ਬੜਾ ਵਲੀ ਸੀ, ਪਹੁੰਚਿਆ ਫਕੀਰ ਸੀ, ਬਹੁਤ ਐਜੂਕੇਟਡ ਸੀ, ਬੜਾ ਗਿਆਨ ਸੀ, ਪਰ ਉਹਦੀ ਇੱਕ ਜਿਹੜੀ ਕਮੀ ਸੀ ਉਹ ਹੰਕਾਰ 'ਚ ਆ ਗਿਆ ਕਿ ਮੇਰੇ ਵਰਗਾ ਗਿਆਨੀ ਤਾਂ ਬੰਦਾ ਕੋਈ ਨਹੀਂ, ਮੇਰੇ ਵਰਗਾ ਤੇ ਪੜ੍ਹੇ ਲਿਖਿਆ ਬੰਦਾ ਕੋਈ ਨਹੀਂ, ਮੈਂ ਤੇ ਆਕਾਸ਼ਾਂ ਪਤਾਲਿਆਂ ਦੀ ਗੱਲਾਂ ਜਾਣਦਾ, ਮੈਂ ਇਹਨਾਂ ਆਮ ਲੋਕਾਂ ਨਾਲ ਕੋਈ ਜਾਵਾਂ। ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਰੋਕੂੰਗਾ ਕਿ ਅੱਜ ਵੀ ਸ਼ਾਇਦ ਬਹੁਤੇ ਜਿਹੜੇ ਆ ਉਹ ਵਲੀ ਕੰਧਾਰੀ ਬਣੇ ਹੋਏ ਆ ਕਿ ਮੇਰੇ ਤੋਂ ਵੱਧ ਗਿਆਨ ਕਿਸੇ ਨੂੰ ਨਹੀਂ, ਦੂਸਰੇ ਨੂੰ ਗਿਆਨ ਦੇ ਵਿੱਚ ਮੈਂ ਜਿੱਤਣ ਨਹੀਂ ਦੇ ਸਕਦਾ। ਅੱਜ ਵੀ ਇਹੀ ਚੀਜ਼ ਨਹੀਂ ਲੱਗ ਰਹੀ ਕਿ ਸੰਸਾਰ ਬੜੇ ਵਲੀ ਕੰਧਾਰੀ ਆ ਜਿਹੜੇ ਕਿ ਦੂਜਿਆਂ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕਰਦੇ ਵੀ ਮੇਰੇ ਕੋਲ ਤੈਨੂੰ ਗਿਆਨ ਜ਼ਿਆਦਾ। ਫਿਰ ਵੇਖੋ ਗੁਰੂ ਸਾਹਿਬ ਆਪ ਚੱਲ ਕੇ ਵਲੀ ਕੰਧਾਰੀ ਕੋ ਗਏ, ਉਹਨਾਂ ਨੂੰ ਬੜੀ ਨਿਮਰਤਾ ਨਾਲ, ਬੜੇ ਪਿਆਰ ਨਾਲ, ਬੜੀ ਹਲੀਮੀ ਨਾਲ, ਬੜੇ ਤਰਕ ਤੇ ਦਲੀਲ ਨਾਲ ਦੱਸਿਆ ਵੀ ਵੇਖੋ ਵਲੀ ਜੀ, ਆਪਣਾ ਗਿਆਨ ਕਦੇ ਆਪਣੇ ਨਾਲ ਨਾ ਲੈ ਜਿਓ, ਜੇ ਤੁਹਾਡੇ ਕੋਲ ਮਾਨਵਤਾ ਦੀ ਭਲਾਈ ਵਾਸਤੇ ਜੇ ਕੋਈ ਗੱਲ ਹੈਗੀ ਆ ਤੇ ਥੱਲੇ ਆਓ। ਲੋਕਾਂ ਦੇ ਵਿੱਚ ਇਹ ਵੀ ਇਹਨਾਂ ਨੂੰ ਵੀ ਉਸੇ ਕੁਦਰਤ ਨੇ ਪੈਦਾ ਕੀਤਾ ਜਿਨ੍ਹਾਂ ਨੇ ਆਪਾਂ ਨੂੰ ਪੈਦਾ ਕੀਤਾ। ਜੇ ਸਾਡੇ 'ਚ ਕੋਈ ਇਹ ਹੁਨਰ ਹੈਗਾ ਤੇ ਆਪਾਂ ਲੋਕਾਂ ਨੂੰ ਵੰਡ ਕੇ ਇਹਨਾਂ ਦਾ ਦੁੱਖ ਦਰਦ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਗੁਰੂ ਨਾਨਕ ਦੇਵ ਜੀ ਨੇ ਵਲੀ ਕੰਧਾਰੇ ਦੇ ਹੰਕਾਰ ਦਾ ਜਿਹੜਾ ਪਹਾੜ ਸੀ, ਆਪਣੇ ਗਿਆਨ, ਨਿਮਰਤਾ ਤੇ ਹਲੀਮੀ ਦੇ ਪੰਜੇ ਨਾਲ ਢੱਕਿਆ ਸੀ। ਬਿਲਕੁਲ ਬਿਲਕੁਲ। ਵਲੀ ਕੰਧਾਰੀ ਨੇ ਫਿਰ ਬਹੁਤ ਲੋਕਾਂ ਦੀ ਸੇਵਾ ਕੀਤੀ। ਇਸੇ ਤਰ੍ਹਾਂ ਨੱਥ ਜੋਗੀ ਜਿਹੜੇ ਉੱਤੇ ਚਲੇ ਗਏ ਸੀ, ਪਹਾੜਾਂ ਤੇ ਚੜ ਗਏ ਸੀ, ਸੁਮੇਰ ਪਰਬਤ ਤੇ, ਹਾਂਜੀ, ਤੇ ਉੱਥੇ ਵੀ ਗੁਰੂ ਸਾਹਿਬ ਗਏ। ਉਹ ਭਾਈ ਜੇ ਤੁਹਾਡੇ 'ਚ ਗਿਆਨ ਹੈਗਾ ਵਾ, ਤੁਹਾਡੇ 'ਚ ਮਾਨਵਤਾ ਦੀ ਭਲਾਈ ਵਾਸਤੇ ਕੁਝ ਇਹ ਹੈਗੀਆਂ ਸਕੀਮਾਂ, ਤੇ ਥੱਲੇ ਆਣ ਕੇ ਦੱਸੋ ਲੋਕਾਂ ਨੂੰ ਬਈ ਮੈਂ ਭਰਮਾਂ 'ਚ ਕੱਢੋ, ਦੁੱਖਾਂ ਦਰਦਾਂ ਦੇ ਵਿੱਚੋਂ ਕੱਢੋ, ਤਾਂ ਕਿ ਲੋਕ ਜਿਹੜੇ ਆ ਉਹ ਇਹ ਆਪਣਾ ਸੁਖੀ ਜੀਵਨ ਬਤੀਤ ਕਰ ਸਕਣ। ਗਿੱਲ ਸਾਹਿਬ ਜਦੋਂ 500 ਸਾਲਾ ਮਨਾਇਆ ਸੀ ਨਾ, ਉਦੋਂ ਬਹੁਤ ਵੱਡੀ ਪ੍ਰਾਪਤੀ ਇੱਕ ਅੰਮ੍ਰਿਤਸਰ 'ਚ ਹੋਈ ਸੀ, ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ। ਉਸ ਯੂਨੀਵਰਸਿਟੀ ਨੇ ਉਸ ਗੁਰੂ ਨਾਨਕ ਦੇ ਪ੍ਰਚਾਰ ਨੂੰ, ਵਿਦਿਆ ਦੇ ਚਾਨਣ ਨੂੰ ਫੈਲਾਉਣ ਵਾਸਤੇ ਆਪਣਾ ਅਹਿਮ ਰੋਲ ਅਦਾ ਕੀਤਾ ਵਾ। ਇਹਨਾਂ 50 ਸਾਲਾਂ 'ਚ ਉਹਨਾਂ ਨੇ ਲੱਖਾਂ ਵਿਦਵਾਨ, ਲੱਖਾਂ ਵਿਗਿਆਨੀ, ਲੱਖਾਂ ਖਿਡਾਰੀ ਪੈਦਾ ਕਰਕੇ ਤੇ ਗੁਰੂ ਨਾਨਕ ਦੇਵ ਜੀ ਨੂੰ ਜਿਹੜੀ ਆਪਣੀ ਸ਼ਰਧਾਂਜਲੀ ਸੀ ਉਹ ਭੇਟ ਕਰਨ ਵਿੱਚ ਪੂਰਾ ਅਹਿਮ ਰੋਲ ਅਦਾ ਕੀਤਾ। ਅੱਜ ਵੀ ਜੇ 550 ਸਾਲਾ ਆਪਾਂ ਸਹੀ ਅਰਥਾਂ 'ਚ ਮਨਾਉਣਾ ਚਾਹੁੰਦੇ ਆ ਤੇ ਉਹਦੇ ਵਾਸਤੇ ਵੀ ਸਰਕਾਰਾਂ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਚੀਫ ਖਾਲਸਾ ਦੀਵਾਨ ਨੂੰ ਜਾਂ ਹੋਰ ਸੰਸਥਾਵਾਂ ਜਿਹੜੀਆਂ ਇਸ ਪਾਸੇ ਰੁੱਝੀਆਂ ਵਾ, ਉਹਨਾਂ ਨੂੰ ਕੁਝ ਠੋਸ ਯਤਨ ਕਰਨੇ ਚਾਹੀਦੇ ਆ। ਅੱਜ ਜਿਵੇਂ ਅਣਖੀ ਸਾਹਿਬ ਗੱਲ ਕਰਦੇ ਆ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਬੜਾ ਵੱਡਾ ਸਿਧਾਂਤ ਜਿਹੜਾ ਗੁਰੂ ਸਾਹਿਬ ਨੇ ਦਿੱਤਾ ਸੀਗਾ। ਅੱਜ ਪਹਿਲੀ ਗੱਲ ਤਾਂ ਕਿਰਤ ਤੋਂ ਅਸੀਂ ਮੁਨਕਰ ਆ, ਤੇ ਨਾਮ ਵੀ ਜਪਣ ਦੀ ਗੱਲ ਜਿਹੜੀ ਆ ਉਹ ਸਾਡੇ ਨੇੜੇ ਤੇੜੇ ਨਹੀਂ ਹੈਗੀ, ਤੇ ਵੰਡ ਕੇ ਛਕਣ ਦੀ ਤਾਂ ਗੱਲ ਹੀ ਮੁੱਕ ਚੁੱਕੀ ਆ। ਅੱਜ ਵੀ ਬਹੁਤ ਸਾਰੇ ਹਸਪੀਟਲ ਆ, ਚਾਹੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰੇ, ਉੱਥੇ ਫ੍ਰੀ ਇਲਾਜ ਨਹੀਂ ਮਿਲ ਰਿਹਾ ਕਿਸੇ ਨੂੰ। ਖਾਣ ਨੂੰ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਜਿਹੜਾ ਆ ਉਹ ਸ਼ਾਇਦ ਕੋਈ ਤਿਉਹਾਰ ਆਵੇ ਤਾਂ ਲੰਗਰ ਬਣਾ ਮੂੰਹ, ਵੈਸੇ ਕੋਈ ਸਾਡੇ ਘਰ ਦੇ ਨਾਲ ਭਾਵੇਂ ਗੁਆਂਢ 'ਚ ਹੀ ਗਰੀਬ ਰਹਿੰਦਾ ਹੋਵੇ ਜਾਂ ਕਿਸੇ ਨੂੰ ਕੋਈ ਮੁਸ਼ਕਲ ਬਣ ਜਾਵੇ ਤਾਂ ਕਦੀ ਸਾਥ ਦੇਣ ਦੀ ਅਸੀਂ ਕੋਸ਼ਿਸ਼ ਜਿਹੜੀ ਉਹ ਨਹੀਂ ਕੀਤੀ। ਇਸ ਤੇ ਮੈਂ ਚਾਹੂੰਗਾ ਕਿ ਥੋੜਾ ਜਿਹਾ ਚਾਨਣਾ ਪਾਓ। ਗਿੱਲ ਸਾਹਿਬ, ਇਹ 50 ਸਾਲਾਂ ਦੇ ਵਿੱਚ ਹੀ ਬੜੀ ਤਬਦੀਲੀ ਆ ਗਈ ਹੈ। ਜਦੋਂ 500 ਸਾਲਾ ਮਨਾਇਆ ਸੀ, ਉਦੋਂ ਲੋਕਾਂ ਦੀ ਜਿਹੜੀ ਜੀਵਨ ਜਾਚ ਸੀ ਬੜੀ ਸਧਾਰਨ ਸੀ, ਸਾਧਨ ਬੜੇ ਸੀਮਤ ਸੀ, ਪਰੰਤੂ ਲੋਕਾਂ ਨੇ ਫਿਰ ਮਿਹਨਤ ਬੜੀ ਕੀਤੀ। ਉਸ ਮਿਹਨਤ ਦਾ ਸਦਕਾ ਅੱਜ ਲੋਕ ਬੜੇ ਖੁਸ਼ਹਾਲ ਆ, ਕਾਫੀ ਜਨਤਾ ਜਿਆਦੀ ਕਾਫੀ ਖੁਸ਼ਹਾਲ ਆ। ਬੇਸ਼ੱਕ ਅਸੀਂ ਗਰੀਬੀ ਦਾ ਰੋਣਾ ਰੋਈ ਜਾਂਦੇ ਆ, ਪਰ ਫਿਰ ਵੀ ਜੇ ਪਿਛਲੇ ਪਾਸੇ ਝਾਤੀ ਮਾਰੀਏ ਤੇ ਉਹਦੇ ਮੁਤਾਬਕ ਅਸੀਂ ਤਾਂ ਹੀ ਤਰੱਕੀ ਕੀਤੀ ਸੀ ਵੀ ਕਿਰਤ ਕੀਤੀ ਸੀ ਹੱਥੀਂ। ਮੇਰਾ ਪਿੰਡ ਹੈ ਫਤਿਹਪੁਰ ਰਾਜਪੂਤਾਂ, ਉੱਥੇ ਨਾ ਲੋਕ ਬੜੀ ਸਬਜ਼ੀ ਬੀਜਦੇ ਸੀ। ਮੈਂ ਵੇਖਦਾ ਹਾਂ ਵੀ ਸ਼ਾਮ ਨੂੰ ਸਾਰਾ ਪਿੰਡ ਆਪਣੇ ਖੇਤਾਂ 'ਚ ਹੁੰਦਾ ਸੀ। ਈਵਨ ਕਿ ਸਾਡੀਆਂ ਭੈਣਾਂ ਔਰਤਾਂ ਜਿਹੜੀਆਂ ਉਹ ਸਬਜ਼ੀ ਤੋੜਦੀਆਂ ਸੀ, ਨੌਜਵਾਨ ਪੰਡਾ ਬੰਨ੍ਹਦੇ ਸੀ, ਵੱਡੇ ਉਹਨਾਂ ਨੂੰ ਟਾਂਗੇ 'ਤੇ ਲੱਦ ਕੇ ਸ਼ਹਿਰ ਖੜਦੇ ਸੀ। ਤੇ ਅੱਜ ਜੇ ਕਿਸੇ ਨੇ ਫਰਜ਼ ਕੀਤਾ ਦੁਕਾਨ ਤੋਂ ਸਬਜ਼ੀ ਲੈਣ ਜਾਣਾ ਹੋਵੇ ਤੇ ਉਹ ਵੀ ਜਿਹੜਾ ਨਾ ਮੋਟਰਸਾਈਕਲ ਸਟਾਰਟ ਕਰਕੇ ਜਾਂਦਾ ਵਾ। ਇੰਨੀ ਸਾਡੇ ਵਿੱਚੋਂ ਜਿਹੜੀ ਕਿਰਤ ਦੀ ਮਹਾਨਤਾ ਸੀ ਉਹ ਘਟ ਗਈ ਆ। ਸਾਡੇ ਬਜ਼ੁਰਗਾਂ ਨੇ ਬਹੁਤ ਮਿਹਨਤ ਕੀਤੀ ਸੀ, ਉਹਨਾਂ ਨੇ ਸਾਨੂੰ ਪੈਰਾਂ ਸਿਰ ਖੜਿਆ ਕੀਤਾ, ਉਹਨਾਂ ਨੇ ਸਾਨੂੰ ਇਹ ਪੜ੍ਹਾਇਆ ਲਿਖਾਇਆ, ਸਭ ਕੁਝ ਕੀਤਾ ਵੀ ਇਹ ਸਾਡੇ ਇਹ ਸੌਖੀ ਜ਼ਿੰਦਗੀ ਬਤੀਤ ਕਰਨ। ਪਰੰਤੂ ਸੌਖੇ ਹੁੰਦੇ ਹੁੰਦੇ ਅਸੀਂ ਕਿਰਤ ਕਰਨ ਦਾ ਜਿਹੜਾ ਸਿਧਾਂਤ ਸੀ ਉਸ ਤੋਂ ਥੋੜ੍ਹਾ ਜਿਹਾ ਲਾਂਭੇ ਹੋ ਗਏ ਆ। ਫਿਰ ਉਸ ਤੋਂ ਬਾਅਦ ਉਦੋਂ ਸਾਂਝੇ ਪਰਿਵਾਰ ਸੀ, ਭਾਈਚਾਰਾ ਇੱਕ ਸੀ। ਹੁਣ ਉਹ ਵੀ ਪਰਿਵਾਰ ਖਤਮ ਹੋ ਗਏ, ਕੱਲਾ ਕੱਲਾ ਪਰਿਵਾਰ ਆ। ਹਾਂਜੀ, ਇਸ ਕਰਕੇ
ਉਹ ਜਿਹੜੀ ਵੰਡ ਛਕਣ ਵਾਲੀ ਗੱਲ ਸੀ ਉਹ ਵੀ ਜਿਹੜੀ ਸੀ ਬਹੁਤ ਘਟ ਗਈ। ਅਸੀਂ ਆਪਣੇ ਬਚਪਨ ਦੇ ਵਿੱਚ ਆਪਣੇ ਗਵਾਂਢੀਆਂ ਤੋਂ, ਤਾਇਆਂ ਕੋ, ਚਾਚਿਆਂ ਤੋਂ ਸਕੂਲੇ ਆਉਣਾ, ਜੇ ਸਕੂਲੋਂ ਜਦੋਂ ਆਉਣਾ ਤੇ ਘਰ ਸਬਜ਼ੀ ਨਾ ਆਉਣੀ ਤੇ ਕੌਲੀ ਫੜ ਕੇ ਚੱਲ ਜਾਣਾ ਵੀ ਤਾਈ ਥੋੜੀ ਸਬਜ਼ੀ ਦੇਈ। ਹਾਂਜੀ, ਜੇ ਰੋਟੀ ਫਤੀਕੇ ਦਾ ਘੱਟ ਰੱਖਣਾ, ਤਾਈ ਮੈਨੂੰ ਇੱਕ ਰੋਟੀ ਦੇਈ। ਦੁੱਧ, ਲੱਸੀ ਤੇ ਫਿਰ ਆਪਣੇ ਹੋਰ ਚੀਜ਼ਾਂ ਦੀ ਬੜੀ ਸਾਂਝ ਸੀ ਜਿਹੜੀ ਕਿ ਬੜੀ ਹੁਣ ਘਟ ਗਈ ਆ। ਹੁਣ ਹਰ ਇੱਕ ਬੰਦਾ ਸੈਲਫ ਡਿਪੈਂਡੈਂਟ ਹੋ ਗਿਆ ਵਾ। ਵੰਡ ਛਕਣ ਵਾਲੀ ਗੱਲ ਤੇ ਬਹੁਤ ਦੂਰ ਚ ਰਹਿ ਗਈ ਵੈਸੇ। ਤੇ ਨਾਮ ਵੀ ਮੈਂ ਉਹ ਸਮਝਦਾ ਉਦੋਂ ਬੰਦਾ ਰੱਬ ਨੂੰ ਚੇਤੇ ਕਰਦਾ ਜਦੋਂ ਥੋੜਾ ਬਹੁਤਾ ਨਾ ਫਸਿਆ ਹੁੰਦਾ। ਹਾਂਜੀ, ਇਸ ਕਰਕੇ ਉਹ ਨਾਮ ਜਪਣ ਦੀ ਗੱਲ ਵੀ ਜਿਹੜੀ ਉਹ ਪਿੱਛੇ ਰਹਿ ਗਈ ਸੀ। ਸਾਡੇ ਬਜ਼ੁਰਗ ਬੜੇ ਨਾਮ ਜਪਦੇ ਸੀ। ਮੈਂ ਤੁਹਾਨੂੰ ਆਪਣੀ ਦਾਦੀ ਦੀ ਛੋਟੀ ਜਿਹੀ ਗੱਲ ਦੱਸਦਾ। ਮੇਰੀ ਦਾਦੀ ਬਿਲਕੁਲ ਕੋਰੀਅਨ ਪੜ੍ਹ ਸੀ, ਪਰੰਤੂ ਉਹਦੇ ਮਨ ਵਿੱਚ ਗੁਰੂ ਮਹਾਰਾਜ ਪ੍ਰਤੀ, ਬਾਣੀ ਪ੍ਰਤੀ ਇੰਨੀ ਸ਼ਰਧਾ ਸੀ ਕਿ ਉਹਨਾਂ ਨੇ ਜਿਹੜਾ ਗੁਰਦੁਆਰੇ ਸਵੇਰੇ ਭਾਈ ਜਪਜੀ ਸਾਹਿਬ ਦਾ ਪਾਠ ਕਰਦਾ ਸੀ ਉਹਨੂੰ ਸੁਣ ਕੇ ਸਾਰਾ ਜ਼ਬਾਨੀ ਯਾਦ ਕਰ ਲਿਆ। ਇੰਨੀ ਦਿਲ 'ਚ ਸ਼ਰਧਾ ਸੀ। ਅੱਜ ਸਾਡੇ ਘਰ ਸਵੇਰ ਤੋਂ ਲੈ ਕੇ ਟੀਵੀ ਜਿਹੜਾ ਵਾ ਉੱਥੇ ਆਸਾ ਦੀ ਵਾਰ ਦਾ ਕੀਰਤਨ ਸ਼ੁਰੂ ਹੋ ਜਾਂਦਾ ਵਾ, ਪਰ ਮੇਰਾ ਨਹੀਂ ਖਿਆਲ ਵੀ ਘਰ ਦਾ ਕੋਈ ਬੰਦਾ ਹੋਵੇ ਜਿਹਨੂੰ ਕੋਈ ਇੱਕ ਵੀ ਸ਼ਬਦ ਚੇਤੇ ਹੋਵੇ। ਉਹ ਇੱਕ ਰਿਵਾਜ ਬਣ ਗਿਆ, ਉਹਦੇ ਵਿੱਚ ਭਾਵਨਾ ਖਤਮ ਹੋ ਗਈ, ਰਿਵਾਜ ਜਿਹੜਾ ਸੀ ਹਾਵੀ ਹੋ ਗਿਆ। ਇਸ ਕਰਕੇ ਇਹ ਹੁਣ ਜਿਹੜਾ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਦਿਨ ਆ ਰਿਹਾ ਵਾ, ਸਾਨੂੰ ਇੱਕ ਤੇ ਮਨ 'ਚ ਧਿਆਨ ਰੱਖਣਾ ਚਾਹੀਦਾ ਨਾ ਵੀ ਆਪਾਂ ਆਪਣੇ ਜੇ ਸਾਡੇ ਲਾਗੇ ਕੋਈ ਦੁਖੀ ਬੰਦਾ ਹੈਗਾ ਜਾਂ ਲੋੜਵੰਦ ਹੈਗਾ ਉਹਦੀ ਆਪਾਂ ਲੋੜ ਪੂਰੀ ਕਰੀਏ। ਇਹੋ ਹੀ ਵੰਡ ਛਕਣੀ ਗੱਲ ਆ। ਤੇ ਆਪਣੀ ਆਤਮਾ ਨੂੰ ਸ਼ੁੱਧ ਰੱਖਣ ਵਾਸਤੇ ਉਸ ਪਰਮਾਤਮਾ ਵੱਲ ਧਿਆਨ ਦੇ ਕੇ ਸਾਨੂੰ ਚਲੋ ਹੋਰ ਨਹੀਂ ਬਾਣੀ ਬੋਲਦੀ, ਸਤਨਾਮ ਵਾਹਿਗੁਰੂ ਤਾਂ ਆਪਾਂ ਕਹਿ ਸਕਦੇ ਹਾਂ ਨਾ, 10 ਮਿੰਟ 15 ਮਿੰਟ ਧਿਆਨ ਧਰ ਕੇ ਉਸ ਅਕਾਲ ਪੁਰਖ ਦੇ ਵਿੱਚ। ਤਾਂ ਇਹ ਜਿਹੜਾ ਸਿਧਾਂਤ ਆ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਾਂ ਐਜੂਕੇਸ਼ਨ ਦੀ। ਗੁਰੂ ਨਾਨਕ ਦੇਵ ਜੀ ਨੇ ਫੈਲੇ ਵਿਦਿਆ ਚਾਨਣ ਹੋਏ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਬੜੀਆਂ ਗੁਰਬਾਣੀ 'ਚ ਪੰਕਤੀਆਂ ਹੈਗੀਆਂ ਜਿਹਦੇ 'ਚ ਵਿਦਿਆ ਦੇ ਜ਼ੋਰ ਦਿੱਤਾ ਵਾ। ਉਸ ਵਿਦਿਆ ਦੇ ਫੈਲਾਅ ਵਾਸਤੇ ਬੇਸ਼ੱਕ ਤੁਸੀਂ ਕਹਿੰਦੇ ਜੇ ਵਿਦਿਆ ਵਪਾਰ ਬਣ ਗਿਆ, ਇੱਕ ਬੜਾ ਵੱਡਾ ਵਪਾਰ ਬਣ ਗਿਆ। ਤੇ ਇਸ ਵਾਸਤੇ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਵਾ ਉਹਨਾਂ ਨੂੰ ਇਹ ਚਾਹੀਦਾ ਵਾ ਵੀ ਇਸ ਚੀਜ਼ ਤੋਂ, ਜਿਸ ਤਰ੍ਹਾਂ ਚੀਫ ਖਾਲਸਾ ਦੀਵਾਨ ਨੇ ਐਰਕੀ ਡਿਕਲੇਅਰ ਕੀਤਾ ਵਾ ਕਿ ਅਸੀਂ ਕਿਤਾਬਾਂ ਦਾ ਕਮਿਸ਼ਨ ਘੱਟ ਕਰਾਂਗੇ, ਵਰਦੀਆਂ ਘੱਟ ਕਰਾਂਗੇ, ਕਿਤਾਬਾਂ ਸਸਤੀਆਂ ਦੇਵਾਂਗੇ। ਇਹਨਾਂ ਨੂੰ ਇਹ ਵੀ ਚਾਹੀਦਾ ਵਾ ਵੀ ਜਿਹੜੇ ਬੱਚੇ ਅਸਮਰੱਥ ਆ ਫੀਸਾਂ ਦੇਣ ਤੋਂ, ਉਹਨਾਂ ਨੂੰ ਫ੍ਰੀ ਐਜੂਕੇਸ਼ਨ ਵੀ ਦਿੱਤੀ ਜਾਵੇ ਤਾਂ ਕਿ ਉਹ ਇਸ ਪੱਖੋਂ ਨਾ ਵਿਦਿਆ ਤੋਂ ਪਿੱਛੇ ਰਹਿ ਜੇ ਕਿ ਉਹਦੇ ਘਰ ਦੇ ਉਹਨੂੰ ਫੀਸ ਨਹੀਂ ਦੇ ਸਕਦੇ। ਇਸ ਕਰਕੇ ਸਰਕਾਰੀ ਸਕੂਲਾਂ ਦੇ ਵਿੱਚ ਵੀ ਅਧਿਆਪਕਾਂ ਨੂੰ ਚਾਹੀਦਾ ਵਾ ਪੂਰੀ ਤਨਦੇਹੀ ਨਾਲ, ਤੇ ਪ੍ਰਾਈਵੇਟ ਸਕੂਲਾਂ ਨੂੰ, ਕਿਉਂਕਿ ਵਿਦਿਆ ਹੀ ਇੱਕ ਐਸੀ ਚੀਜ਼ ਆ ਜਿਸ ਨਾਲ ਇਨਸਾਨ ਦਾ ਜਿਹੜਾ ਵਾ ਉਹ ਜਿਹੜਾ ਵਿਜ਼ਨ ਆ, ਜਿਹੜਾ ਨਜ਼ਰੀਆ ਵਾ ਉਸ ਨੂੰ ਵਿਸ਼ਾਲ ਕਰਦਾ ਵਾ। ਦੁਨੀਆ ਪ੍ਰਤੀ, ਮਨੁੱਖਤਾ ਪ੍ਰਤੀ, ਕੁਦਰਤ ਪ੍ਰਤੀ ਜਿਹੜਾ ਵਾ ਉਹ ਉਸ ਦਾ ਜਿਹੜਾ ਧਿਆਨ ਜਾਂਦਾ ਵਾ। ਹੁਣ ਸਾਡੇ ਇਸੇ ਬੇਧਿਆਨੀ ਕਰਕੇ ਅਸੀਂ ਕੁਦਰਤ ਨੂੰ ਵੀ ਬੇਮੁਖ ਹੋ ਗਏ ਆ। ਆਪਾਂ ਰੋਜ਼ ਸਵੇਰੇ ਵੀ ਸ਼ਾਮ ਵੀ ਪੜ੍ਹਦੇ ਆ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹਤ। ਜਿੱਥੇ ਗੁਰਬਾਣੀ ਦੇ ਵਿੱਚ ਕਾਦਰ ਦੀ ਗੱਲ ਕੀਤੀ, ਉਸ ਦੇ ਨਾਲ ਕੁਦਰਤ ਦੀ ਵੀ ਕੀਤੀ, ਕੁਦਰਤ ਦੀ ਗੱਲ ਵੀ ਕੀਤੀ ਆ। ਹੁਣ ਗੁਰੂ ਸਾਹਿਬ ਨੇ ਜਿਹੜਾ ਇਸ ਅੱਜ ਵੇਖੋ ਤੁਸੀਂ, ਨਾ ਸਾਡਾ ਪਾਣੀ ਸ਼ੁੱਧ ਰਿਹਾ, ਨਾ ਸਾਡੀ ਹਵਾ ਸ਼ੁੱਧ ਰਹੀ ਆ, ਤੇ ਨਾ ਸਾਡੀ ਧਰਤੀ ਸ਼ੁੱਧ ਰਹੀ ਆ। ਬਿਲਕੁਲ। ਹਾਂਜੀ, ਜਦੋਂ ਕਿ ਅੱਜ ਵੇਖੋ ਕਿੰਨਾ ਮੌਸਮ ਡਾਵਾਂਡੋਲ ਹੋਇਆ ਫਿਰਦਾ, ਇਸੇ ਕਰਕੇ ਗਲੋਬਲ ਵਾਰਮਿੰਗ ਕਰਕੇ ਹੀ। ਜੇ ਗੁਰੂ ਸਾਹਿਬ ਦੇ ਸਿਧਾਂਤ ਆਪਾਂ ਚੱਲਦੇ ਹੁੰਦੇ, ਪਾਣੀ, ਹਵਾ ਤੇ ਧਰਤੀ ਦੀ ਸ਼ੁੱਧਤਾ ਕਾਇਮ ਆਪਾਂ ਰੱਖਦੇ, ਤੇ ਸਾਡੇ ਆ ਜਿਹੜੀਆਂ ਅੱਜ ਕੱਲ੍ਹ ਘਰ ਘਰ ਬਿਮਾਰੀਆਂ ਤੁਰੀਆਂ ਫਿਰਦੀਆਂ ਵਾ, ਕੈਂਸਰ ਦੀਆਂ, ਪੀਲੀਆ ਦੀਆਂ, ਹਾਰਟ ਦੀਆਂ, ਲੰਗਸ ਦੀਆਂ, ਟੀਬੀ ਦੀਆਂ, ਦਮੇ ਦੀਆਂ, ਤੇ ਮੇਰਾ ਖਿਆਲ ਹੈ ਵੀ ਇਸ ਤੋਂ ਬਚਾਅ ਹੋ ਸਕਦਾ ਸੀ। ਅਣਖੀ ਸਾਹਿਬ, ਸਮਾਂ ਆਪਣੇ ਕੋਲ ਸੀਮਤ ਹੈ। ਅੰਤ ਦੇ ਉੱਤੇ ਮੈਂ ਪੁੱਛਣਾ ਚਾਹੂੰਗਾ ਕਿ ਇੱਕ ਜਾਤ ਪਾਤ ਦਾ ਜਿਹੜਾ ਕੋਡ ਆ, ਇਹ ਵੀ ਬੜਾ ਵੱਡਾ ਸਾਡੇ ਵਿੱਚ ਘਰ ਕਰ ਗਿਆ ਆ, ਜਿਹੜੀ ਚੀਜ਼ ਨੂੰ ਗੁਰੂ ਸਾਹਿਬ ਨੇ ਵੀ ਜਿਹੜਾ ਆ ਉਹ ਸਾਨੂੰ ਕੱਢ ਕੇ ਬਾਹਰ ਲਿਆਂਦਾ ਸੀ, ਫਿਰ ਉਸੇ ਚੀਜ਼ ਦੇ ਉੱਤੇ ਹੀ ਜਿਹੜਾ ਆ ਕੇਂਦਰਿਤ ਅਸੀਂ ਹੋ ਰਹੇ ਹਾਂ। ਮੈਂ ਚਾਹੂੰਗਾ ਕਿ 1 ਮਿੰਟ ਦਾ ਸਮਾਂ ਜਿਹੜਾ ਆਪਣੇ ਕੋਲ ਰਹਿ ਗਿਆ ਉਸ ਦੇ ਵਿੱਚ ਤੁਸੀਂ ਇਸ ਤੇ। ਗਿੱਲ ਸਾਹਿਬ, ਜਾਤ ਪਾਤ ਜਿਹੜੀ ਆ ਨਾ, ਇਹ ਤੇ ਕਿੱਤਿਆਂ ਤੋਂ ਬਣੀ ਆ। ਪੁਰਾਣੇ ਸਮੇਂ 'ਚ ਜਿਹੜਾ ਲੋਹੇ ਦਾ ਕੰਮ ਕਰਦਾ ਸੀ ਲੋਹਾਰ ਸੀ, ਜਿਹੜਾ ਲੱਕੜ ਨੂੰ ਤਰਾਸ਼ਦਾ ਸੀ ਉਹ ਤਰਖਾਣ ਸੀ, ਸੋਨੇ ਦਾ ਕੰਮ ਕਰਨ ਵਾਲਾ ਸੁਨਿਆਰ ਸੀ। ਹਾਂਜੀ, ਪਰੰਤੂ ਉਹ ਕਿੱਤਾ ਜਿਹੜਾ ਸੀ ਉਹ ਸਾਡੇ ਨਾਲ ਜੁੜ ਗਿਆ। ਉਸ ਜੁੜਨ ਕਰਕੇ ਜਿਹੜੀਆਂ ਆਪਣੇ ਆਪ ਨੂੰ ਉੱਚ ਜਾਤਾਂ ਸਮਝਦੀਆਂ ਸੀ, ਉਹਨਾਂ ਦੇ ਮਨ 'ਚ ਹੰਕਾਰ ਪੈਦਾ ਹੋ ਗਿਆ। ਉਸ ਹੰਕਾਰ ਨੇ ਕੀ ਪੈਦਾ ਕੀਤਾ ਕਿ ਇਹਨਾਂ ਨੂੰ ਬਹੁਤ ਦੂਰ ਕਰਤਾ ਦੂਜੀਆਂ ਜਾਤਾਂ ਤੋਂ, ਵੈਸੇ ਜਿਹੜਾ ਕਿ ਸਿੱਖ ਸਿਧਾਂਤ ਮੁਤਾਬਕ ਨਹੀਂਗਾ। ਗੁਰੂ ਸਾਹਿਬ ਨੇ ਤੇ ਸਾਰੀਆਂ ਜਾਤਾਂ ਨੂੰ ਇੱਕੇ ਬਾਟੇ 'ਚ ਅੰਮ੍ਰਿਤ ਛਕਾਇਆ ਸੀ। ਹਾਂਜੀ, ਇੱਕ ਬਾਟੇ 'ਚ ਅੰਮ੍ਰਿਤ ਛਕਾ ਕੇ ਇੱਕੋ ਬਾਣਾ ਪਹਿਨਾ ਕੇ ਤੇ ਉਹਨਾਂ ਨੂੰ 5 ਪਿਆਰੇ ਕਿਹਾ ਸੀ ਵੀ ਇਹ ਮੇਰੇ ਪਿਆਰੇ ਆ। ਹਾਂਜੀ, ਇਸ ਕਰਕੇ ਉਹ ਵਿਦਿਆ ਦੀ ਘਾਟ ਕਰਕੇ ਮਨ 'ਚ ਹੰਕਾਰ ਪੈਦਾ ਹੁੰਦਾ ਵਾ। ਵਿਦਿਆ ਦੀ ਘਾਟ ਕਰਕੇ ਬੰਦੇ ਵਿੱਚ
ਕਈ ਕਿਸਮ ਦੀਆਂ ਊਲ ਜਲੂਲ ਜਾਂ ਵੈਲ ਪੈਦਾ ਹੁੰਦੇ ਆ। ਇਸ ਕਰਕੇ ਜਿਹੜਾ ਬੰਦਾ ਉੱਚ ਵਿੱਦਿਆ ਹਾਸਲ ਕਰ ਜਾਂਦਾ, ਜਿਹਨੂੰ ਕੁਦਰਤ ਦੀ ਸਮਝ ਆ ਜਾਂਦੀ, ਜਿਹਨੂੰ ਸਿੱਖ ਸਿਧਾਂਤਾਂ ਦੀ ਸਮਝ ਆ ਜਾਂਦੀ ਆ, ਉਹਦੇ ਮਨ ਵਿੱਚ ਕੋਈ ਜਾਤ ਦਾ, ਕੋਈ ਧਰਮ ਦਾ, ਕੋਈ ਆਪਣੇ ਖਿੱਤੇ ਦਾ ਜਿਹੜਾ ਵਾ ਹੰਕਾਰ ਨਹੀਂ ਹੁੰਦਾ। ਉਹਦੇ ਸਾਰਿਆਂ ਨੂੰ ਇੱਕੋ ਨਿਗਾਹ ਨਾਲ ਵੇਂਦਾ ਵਾ। ਮਾਨਸ ਕੀ ਜਾਤ ਸਭੇ ਏਕੇ ਪਹਿਚਾਨਿਓ। ਉਹਦੇ ਵਾਸਤੇ ਤੇ ਮਨੁੱਖ ਵੀ ਜਿਹੜੇ ਆ ਕੁਦਰਤ ਦੀ ਕਾਦਰ ਆ, ਉਹਦੇ ਵਾਸਤੇ ਰੁੱਖ ਵੀ ਕੁਦਰਤ ਦੀ ਕਾਦਰ ਆ, ਉਹਦੇ ਵਾਸਤੇ ਜੀਵ ਜੰਤੂ ਸਾਰੇ ਕੁਦਰਤ ਦੀ ਕਾਦਰ ਆ। ਉਹ ਕਦੀ ਕਿਸੇ ਦਾ ਨੁਕਸਾਨ ਕਰਨ ਬਾਰੇ ਸੋਚਦਾ ਹੀ ਨਹੀਂਗਾ ਵੈਸੇ। ਤੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਵੀ ਬਹੁਤ ਸਾਡੇ ਹੁੰਦਿਆਂ ਸ਼ਾਇਦ ਨਹੀਂ 100-200 ਸਾਲ ਪਤਾ ਨਹੀਂ ਕਿੰਨਾ ਚਿਰ ਲੱਗਣਾ। ਕੋਈ ਸਮਾਂ ਐਸਾ ਆਊਗਾ ਜਦੋਂ ਸਿੱਖ ਸਿਧਾਂਤ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਫਿਲਾਸਫੀ ਆ, ਗੁਰੂ ਨਾਨਕ ਦੇਵ ਦੀ ਜਿਹੜੀ ਫਿਲਾਸਫੀ ਆ, ਉਹ ਸਾਰੇ ਸੰਸਾਰ ਤੇ ਪ੍ਰਵਾਨਿਤ ਹੋਊਗੀ। ਤੇ ਉਦੋਂ ਇੱਕ ਗੁਰੂ ਹੋਊਗਾ ਗੁਰੂ ਗ੍ਰੰਥ ਸਾਹਿਬ। ਇਹ ਸਮਾਂ ਤੇ ਲੱਗੂਗਾ ਜ਼ਰੂਰ, ਪਰ ਕਿਉਂਕਿ ਇਹ ਹਰ ਇਹੋ ਜਿਹੀ ਵੱਡੇ ਰੈਵੋਲੂਸ਼ਨ ਵਾਸਤੇ ਸਮਾਂ ਜ਼ਿਆਦਾ ਲੱਗਦਾ ਵਾ। ਇਸ ਕਰਕੇ ਹੋ ਸਕਦਾ ਸਾਡੇ ਜਿਉਂਦੇ ਜੀ ਕਿਉਂਕਿ ਅਸੀਂ ਜਿਉਂਦੇ ਜੀ ਬੜੀਆਂ ਚੇਂਜਸ ਵੇਖੀਆਂ, ਹੋ ਸਕਦਾ ਇਹ ਵੀ ਚੇਂਜ ਵੇਖ ਲਈਏ। ਅੱਜ ਕਿਹੜਾ ਦੇਸ਼ ਜਿੱਥੇ ਸਿੱਖ ਨਹੀਂ ਗਏ, ਅੱਜ ਕਿਹੜਾ ਦੇਸ਼ ਜਿੱਥੇ ਗੁਰਦੁਆਰਾ ਸਾਹਿਬ ਨਹੀਂ ਗਏ, ਅੱਜ ਕਿੱਥੇ ਅੱਜ ਇੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੁੰਦਾ। ਹਾਂਜੀ, ਤੇ ਉਹ ਬਾਹਰਲੇ ਲੋਕਾਂ ਦੇ ਲੋਕ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੀ ਭਾਸ਼ਾ 'ਚ ਟਰਾਂਸਲੇਟ ਕਰਕੇ ਉਹ ਪਹਿਨਾ ਰਹੇ ਆ। ਤੇ ਜਿਹੜੇ ਇੱਥੋਂ ਦੇ ਲੋਕਲ ਬੰਦੇ ਸਾਡੇ ਇਹ ਬੇਸ਼ੱਕ ਪਿੱਛੇ ਰਹਿ ਗਿਆ। ਚਲੋ ਕੋਈ ਗੱਲ ਨਹੀਂ ਗੀ, ਗੁਰੂ ਸਾਹਿਬ ਨੇ ਆਪੇ ਤੇ ਕਿਹਾ ਸੀ ਵੀ ਉੱਜੜ ਜਾਓ। ਬਿਲਕੁਲ ਜਿਹੜੇ ਚੰਗੇ ਬੰਦੇ ਆ ਉਹ ਉੱਜਣ ਰਹੇ ਆ, ਵੱਖ-ਵੱਖ ਦੇਸ਼ਾਂ 'ਚ ਜਾ ਰਹੇ ਆ ਤੇ ਉੱਥੇ ਜਾ ਕੇ ਸਿੱਖ ਧਰਮ ਦਾ ਜਿਹੜਾ ਝੰਡਾ ਬੁਲੰਦ ਕਰ ਰਹੇ ਆ। ਹਾਂਜੀ, ਸਿੱਖ ਫਿਲਾਸਫੀ ਨੂੰ ਜਿਹੜਾ ਵਾ ਉਹ ਲੋਕਾਂ ਤੱਕ ਪਹੁੰਚਾ ਰਹੇ ਆ ਤੇ ਲੋਕ ਵੀ ਇਹਨੂੰ ਪ੍ਰਵਾਨਿਤ ਕਰ ਰਹੇ ਵੈ। ਜੀ ਸੋ ਬਿਲਕੁਲ ਇਹ ਸਨ ਪ੍ਰਿੰਸੀਪਲ ਕੁਲਵੰਤ ਸਿੰਘ ਜੀ ਅਣਖੀ, ਜਿਨ੍ਹਾਂ ਨੇ ਬੜੇ ਹੀ ਵਡਮੁੱਲੇ ਵਿਚਾਰ ਜਿਹੜੇ ਆ ਉਹ ਸਿੱਖ ਚੈਨਲ ਦੇ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਸਾਂਝੇ ਕੀਤੇ ਆ। ਸੋ ਇਹ ਜ਼ਰੂਰੀ ਨਹੀਂ ਕਿ ਅਸੀਂ ਗੁਰਦੁਆਰੇ ਜਾ ਕੇ ਬਰਤਨ ਸਾਫ਼ ਕਰਾਂਗੇ ਤਾਂ ਹੀ ਸਾਡੀ ਸੇਵਾ ਪ੍ਰਵਾਨ ਹੋਣੀ ਆ। ਤੁਸੀਂ ਆਪਣੇ ਗਲੀ ਮੁਹੱਲੇ ਦੇ ਵਿੱਚ, ਆਪਣੇ ਆਂਢ ਗੁਆਂਢ ਦੇ ਵਿੱਚ ਵੀ ਜੇਕਰ ਕੋਈ ਲੋੜਵੰਦ ਹੈ ਤਾਂ ਉਸ ਦੀ ਲੋੜ ਪੂਰੀ ਕਰ ਸਕਦੇ ਹੋ, ਉਹ ਵੀ ਇੱਕ ਸੇਵਾ ਦਾ ਸਿਧਾਂਤ ਹੀ ਆ। ਸੋ ਇਸੇ ਤਰ੍ਹਾਂ ਅਸੀਂ ਜਿਹੜਾ ਥੋੜ੍ਹੀ ਜਿਹੀ ਆਪਣੇ ਜੀਵਨ ਦੇ ਵਿੱਚ ਚੇਂਜ ਲਿਆਈਏ, ਨਾ ਕਿ ਸਿਰਫ ਇਹੀ ਚੀਜ਼ ਰੱਖੀਏ ਕਿ ਜੇਕਰ ਅਸੀਂ ਗੋਲਕ ਦੇ ਵਿੱਚ ਜਾ ਕੇ ਪੈਸੇ ਪਾਵਾਂਗੇ ਤਾਂ ਹੀ ਪ੍ਰਵਾਨ ਹੋਣੇ, ਕਿਸੇ ਦੀ ਮਦਦ ਕਰ ਸਕਦੇ ਹਾਂ, ਕਿਸੇ ਦੀ ਗਰੀਬ ਦੀ ਧੀ ਭੈਣ ਦਾ ਵਿਆਹ ਹੋਵੇ ਉੱਥੇ ਮਦਦ ਕਰ ਸਕਦੇ ਹਾਂ। ਸੋ ਇਹ ਚੀਜ਼ਾਂ ਜਿਹੜੀਆਂ ਆ ਇਹ ਪ੍ਰਵਾਨਿਤ ਹੈ। ਇਹ ਗੱਲ ਗੁਰੂ ਨਾਨਕ ਦੀ ਗੱਲ ਜਿਹੜੀ ਆ ਉਹ ਗੁਰੂ ਨਾਨਕ ਦਾ ਸਿਧਾਂਤ ਇਹ ਗੱਲ ਕਰਦਾ ਆ। ਸੋ ਅਸੀਂ ਅਣਖੀ ਸਾਹਿਬ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਆਇਆ, ਕਲ ਤਾਰਨ ਗੁਰੂ ਨਾਨਕ ਆਇਆ। ਸੁਣੀ ਪੁਕਾਰ ਦਾਤਾਰ ਪ੍ਰਭ, ਸੁਣੀ ਪੁਕਾਰ ਦਾਤਾਰ ਪ੍ਰਭ। ਗੁਰੂ ਨਾਨਕ ਜਗ ਮਾਹਿ ਪਠਾਇਆ, ਗੁਰੂ ਨਾਨਕ ਜਗ ਮਾਹਿ ਪਠਾਇਆ। ਚਰਨ ਧੋਏ ਰਹਿ ਰਾਸ਼ਿਕਾਰ, ਚਰਨ ਧੋਏ ਰਹਿ ਰਾਸ਼ਿਕਾਰ। ਚਰਨਾਮ੍ਰਿਤ ਸਿਕਾ ਪਿਲਾਇਆ, ਪਰ ਬ੍ਰਹਮ ਪੂਰਨਾ ਬ੍ਰਹਮ। ਕਲ ਜੁਗ ਅੰਦਰ ਦੇਖ ਦਿਖਾਇਆ, ਕਲ ਤਾਰ